ਏਕ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੰਗਲ ਸਵਈਆ। ਧਰ ਅਪੂਰਬ ਪੂਰਬ ਰੂਪ ਭਏ, ਗੁਰੂ ਨਾਨਕ ਜੋਤ ਉਦਾਰੈ। ਦਾਰਕ ਦੋ ਨਰ ਪੰਥ ਪਰੇ ਜਨ, ਸੇ ਜਗ ਸਾਗਰ ਤੇ ਪਰ ਪਾਰੈ। ਸਵਈਆ ਧਰ ਪੂਰਬ ਪੂਰ ਰੂਪ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਪਾਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ, ਬਾਣੀ ਗੁਰੂ ਸ਼ਬਦ ਗੁਰੂ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸ਼ਹਿਨਸ਼ਾਹ ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਗੁਰੂ ਕੀ ਅਪਰੰਪਾਰ ਮਿਹਰ ਬਖਸ਼ਿਸ਼ ਦਾ ਸਦਕਾ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਧੰਨ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਮਹਾਂਪੁਰਖਾਂ ਨੇ ਇਸ ਅਸਥਾਨ ਦੇ ਉੱਤੇ ਜੋ ਘਾਲਣਾ ਕਮਾਈ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਨਗਰ ਤਲਣ ਜ਼ਿਲ੍ਹਾ ਜਲੰਧਰ ਵਿਖੇ ਆਪ ਜੀ ਬੜੀ ਸ਼ਰਧਾ ਭਾਵਨਾ ਦੇ ਸਹਿਤ ਸ਼ਾਮ ਦੇ ਦੀਵਾਨ ਦੇ ਵਿੱਚ ਜੁੜ ਬੈਠੇ ਹੋ। ਸਜੇ ਹੋਏ ਦੀਵਾਨਾਂ ਦੌਰਾਨ ਗੁਰੂ ਕੀ ਬਾਣੀ ਦਾ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਉੱਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਲੜੀਵਾਰ ਬਹੁਤ ਲੰਮੇ ਸਮੇਂ ਤੋਂ ਪ੍ਰਾਰੰਭ ਸੀ, ਜਿਸ ਦੀ ਅੱਜ ਦੇ ਇਸ ਅਧਿਆਏ ਦੇ ਨਾਲ ਸੰਪੂਰਨਤਾ ਹੋ ਜਾਣੀ ਹੈ, ਸਮਾਪਤੀ ਹੋ ਜਾਣੀ ਹੈ। ਸੋ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਚੂੜਾਮਣੀ ਕਵੀ ਹੋਣ ਦਾ ਮਾਣ ਪ੍ਰਾਪਤ ਹੈ, ਚੂੜਾਮਣੀ ਕਵੀ ਉਸ ਨੂੰ ਕਹਿੰਦੇ ਆ ਜਿਸ ਕਵੀ ਦੀ ਕਵਿਤਾ ਦੇ ਵਿੱਚ ਛੰਦਾਬੰਦੀ, ਤੁਕ ਤੁਕਾਂਤ ਦਾ ਤੋਲ, ਲਫ਼ਜ਼ਾਂ ਦਾ ਵਜਨ ਇੱਕ ਸਮ ਬਰਾਬਰ ਹੋਵੇ। ਕੋਈ ਵੀ ਛੰਦ ਜਿਸ ਸਥਿਤੀ ਵਿੱਚ ਹੁੰਦਾ ਹੈ, ਬਣਨਾ ਚਾਹੀਦਾ ਹੈ, ਉਸ ਤੋਂ ਇੱਕ ਵੀ ਲਗਾ ਮਾਤਰ ਜਿਹੜੀ ਹੈ ਇੱਧਰ ਉੱਧਰ ਨਾ ਹੋਵੇ, ਅਤੇ ਨਾਲ ਨਾਲ ਇਹ ਪਿੰਗਲ ਦੀ ਜਾਣਕਾਰੀ ਤੋਂ ਵਧੇਕ ਉਸ ਨੂੰ ਅਨੁਭਵੀ ਗਿਆਨ ਵੀ ਹੋਵੇ, ਗੁਰੂ ਬਖਸ਼ਿਸ਼ ਦਾ ਪਾਤਰ ਵੀ ਹੋਵੇ। ਸੋ ਭਾਈ ਸੰਤੋਖ ਸਿੰਘ ਜੀ ਦੇ ਵਿੱਚ ਇਹ ਹਰ ਤਰ੍ਹਾਂ ਦਾ ਗੁਣ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਸਨ, ਜਿਸ ਕਰਕੇ ਪੰਥ ਨੇ ਕਵੀ ਜੀ ਨੂੰ ਚੂੜਾਮਣੀ ਕਵੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ਹੈ। ਬਹੁਤ ਸਾਰੇ ਛੰਦਾਂ ਦੀਆਂ ਕਿਸਮਾਂ ਉਹਨਾਂ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਲਿਖਣ ਦੇ ਲਈ ਵਰਤੀਆਂ। ਕਿਤੇ ਚੌਪਈ, ਕਿਤੇ ਦੋਹਰਾ, ਕਿਤੇ ਦਵਈਆ, ਕਿਤੇ ਸਵਈਆ, ਕਿਤੇ ਤ੍ਰਿਭੰਗੀ ਛੰਦ, ਕਿਤੇ ਛੰਦ ਦੀ ਕੋਈ ਕਿਸਮ ਤੇ ਕਿਤੇ ਕੋਈ ਕਿਸਮ ਉਹਨਾਂ ਨੇ ਵਰਤੀ ਹੈ। ਔਰ ਆਪਣੇ ਅਨੁਭਵ ਦੁਆਰਾ ਵੀ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦਿਆਂ ਹੋਇਆਂ ਕਈ ਬਚਨ ਲਿਖੇ ਹਨ। ਬਹੁਤ ਵਿਸਥਾਰ ਸਹਿਤ 22 ਭਾਗਾਂ ਦੇ ਵਿੱਚ 14 ਜਿਲਦਾਂ ਦੇ ਵਿੱਚ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ 10 ਪਾਤਸ਼ਾਹੀਆਂ ਦਾ ਇਤਿਹਾਸ ਬਾਖੂਬੀ ਵਰਣਨ ਕੀਤਾ ਹੈ। ਬਹੁਤ ਪਿਆਰ ਨਾਲ ਲਿਖਿਆ ਹੈ। ਔਰ ਆਮ ਵਾਰਤਕ ਦੇ ਵਿੱਚ ਕੋਈ ਕਥਾ ਕਹਾਣੀ ਲਿਖ ਦੇਣੀ ਕੋਈ ਬਹੁਤੀ ਔਖੀ ਗੱਲ ਨਹੀਂ ਹੁੰਦੀ।
ਪਰ ਹਰ ਇੱਕ ਗੱਲ ਨੂੰ ਪਿੰਗਲ ਦੇ ਮੁਤਾਬਕ ਢੁਕਾ ਕੇ ਛੰਦਾਬੰਦੀ ਦੇ ਵਿੱਚ ਕਾਵਿ ਰੂਪ ਦੇ ਵਿੱਚ ਅੰਕਿਤ ਕਰਨਾ, ਇਹ ਸੋਭਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੈ। ਇਸਤਰੀਆਂ ਦੇ ਪਹਿਨਣ ਵਾਲਾ ਸ੍ਰੇਸ਼ਟ ਗਹਿਣਾ ਜਿਸ ਦਾ ਨਾਮ ਚੂੜਾਮਣੀ ਹੈ। ਇਸੇ ਤਰ੍ਹਾਂ ਕਵੀਆਂ ਦੇ ਵਿੱਚੋਂ ਜੇ ਕੋਈ ਸ੍ਰੇਸ਼ਟ ਕਵੀ ਹਨ ਗੁਰੂ ਘਰ ਦੇ ਵਿੱਚ ਪ੍ਰਵਾਨਿਕ, ਤੇ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਹਨ। ਭਾਈ ਸਾਹਿਬ ਜੀ ਨੇ ਬਹੁਤ ਭਾਵਨਾ ਸਹਿਤ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ। ਇਤਿਹਾਸ ਦੀ ਸੰਪੂਰਨਤਾ ਸਾਰੇ ਪ੍ਰਸੰਗਾਂ ਤੋਂ ਉਪਰੰਤ, ਜਿਵੇਂ ਕਵੀਆਂ ਦਾ ਨਿਯਮ ਹੁੰਦਾ ਵਿਦਵਾਨਾਂ ਦਾ, ਜਦੋਂ ਕੋਈ ਰਚਨਾ ਦੀ ਸ਼ੁਰੂਆਤ ਕਰਦੇ ਆ ਉਸ ਵੇਲੇ ਵੀ ਅਰਦਾਸ ਕਰਕੇ, ਔਰ ਇਹ ਕਵੀਆਂ ਵਾਸਤੇ ਨਹੀਂ ਸਾਡੇ ਸਾਰਿਆਂ ਵਾਸਤੇ ਸਤਿਗੁਰੂ ਨੇ ਇਹ ਹੁਕਮ ਕੀਤਾ ਹੈ, ਗੁਰੂ ਕੇ ਸਿੱਖਾ ਕੋਈ ਵੀ ਕਾਰਜ ਤੂੰ ਆਰੰਭ ਕਰਨਾ ਚਾਹੁੰਦਾ ਹੈ, ਉਸ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਚਰਨਾਂ ਦਾ ਓਟ ਆਸਰਾ ਲੈ, ਗੁਰੂ ਚਰਨਾਂ ਵਿੱਚ ਅਰਦਾਸ ਕਰ। ਜੀਅ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਤਥਾ ਕੀਤਾ ਲੋੜੀਆ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਜੀ ਉਹ ਤੇਰਾ ਕਾਰਜ ਆਪ ਵਿੱਚ ਵਰਤ ਕੇ ਸਫਲਾ ਕਰਨਗੇ। ਜਦੋਂ ਕਾਰਜ ਦੀ ਸੰਪੂਰਨਤਾ ਹੋ ਜਾਏ ਉਸ ਤੋਂ ਬਾਅਦ ਆਪਾਂ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰੂ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਹਾਂ। ਸੋ ਇੱਥੇ ਅੰਤਮ ਮੰਗਲ ਕਵੀ ਜੀ ਉਚਾਰਨ ਕਰ ਰਹੇ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਵਾਰ-ਵਾਰ ਕਰ ਰਹੇ ਆ, ਵਾਰ-ਵਾਰ ਨਮਸਕਾਰਾਂ ਕਰ ਰਹੇ ਹਨ ਕਿ ਆਪ ਜੀ ਨੇ ਬੜੀ ਕਿਰਪਾ ਕੀਤੀ। ਇੰਨਾ ਵੱਡਾ ਸਮੁੰਦਰਵਤ ਜਿਹੜਾ ਗ੍ਰੰਥ ਸੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਆਪ ਹੀ ਮਿਹਰ ਕਰਕੇ ਆਪ ਜੀ ਨੇ ਲਿਖਵਾ ਲਿਆ, ਦਾਸ ਦੇ ਪਾਸੋਂ ਸੇਵਾ ਲਈ ਹੈ, ਮਾਣ ਬਖਸ਼ਿਆ। ਬੀਤੇ ਕੱਲ ਦੀਵਾਨ ਦੇ ਵਿੱਚ ਸਰਵਣ ਕੀਤਾ ਸੀ ਆਪਾਂ ਸਰਸਵਤੀ ਦੇ ਮੰਗਲ ਜਿਹੜੇ ਕਵੀ ਜੀ ਨੇ ਕੀਤੇ ਹੈ। ਸਰਸਵਤੀ ਦੇ ਬਹੁਤ ਅਰਥ ਹੈ। ਇੱਕ ਤਾਂ ਸਰਸਵਤੀ ਦੇਵੀ ਮੰਨੀ ਜਾਂਦੀ ਹੈ, ਵਿਦਿਆ ਦੀ ਦਾਤੀ, ਵਿਦਿਆ ਦੀ ਦੇਵੀ ਜੋ ਬੁੱਧੀ ਪ੍ਰਦਾਨ ਕਰਦੀ ਆ। ਸਰਸਵਤੀ ਬ੍ਰਹਮਾ ਜੀ ਦੀ ਪੁੱਤਰੀ ਦਾ ਨਾਮ ਵੀ ਹੈ। ਇਸੇ ਪ੍ਰਕਾਰ ਸਰਸਵਤੀ ਜਾਂ ਸ਼ਾਰਦਾ ਇਹ ਇੱਕ ਨਦੀ ਦਾ ਨਾਮ ਵੀ ਹੈ। ਗੰਗਾ, ਜਮਨਾ, ਸਰਸਵਤੀ ਇਹ ਨਦੀਆਂ ਦੇ ਨਾਮ ਹਨ। ਔਰ ਗੁਰਮਤਿ ਸਿਧਾਂਤ ਮੁਤਾਬਕ, ਪ੍ਰਕਰਣ ਦੇ ਮੁਤਾਬਕ ਇੱਥੇ ਆਪਾਂ ਅਰਥ ਕੀਤੇ ਸਨ। ਸਰਸਵਤੀ ਜਾਂ ਸ਼ਾਰਦਾ ਬਾਣੀ, ਧੁਰ ਕੀ ਬਾਣੀ, ਸੱਚ ਕੀ ਬਾਣੀ। ਸੱਚ ਕੀ ਬਾਣੀ ਨੂੰ ਸੀਸ ਨਿਵਾਉਂਦਿਆਂ ਹੋਇਆਂ, ਜਿਵੇਂ ਸੱਚ ਕੀ ਬਾਣੀ ਹਰ ਜਗ੍ਹਾ ਗੁਰੂ ਕੀ ਬਾਣੀ ਕਵੀ ਜੀ ਦੀ ਸਹਾਇਤਾ ਕਰਦੀ ਆ, ਇਹ ਗ੍ਰੰਥ ਰਚਣ ਦੇ ਵਿੱਚ ਮਹਾਨ ਸਹਾਇਕ ਹੋ ਨਿਬੜੀ। ਉਹ ਕਵੀ ਜੀ ਨੇ ਆਪਣੀ ਸ਼ਰਧਾ ਭਾਵਨਾ, ਆਪਣੀ ਆਸਤਕ ਭਾਵਨਾ ਨੂੰ ਮੰਗਲਾਂ ਦੇ ਵਿੱਚ ਜਣਾਇਆ। ਸੋ ਇਹ ਮੰਗਲ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕੀਤੇ। ਔਰ ਇਸੇ ਪ੍ਰਕਾਰ ਕਥਾ ਦੇ ਮੰਗਲ ਕਿ ਮੈਂ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਕੇ, ਕਵੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਸਜੇ ਹੋਇਆ ਅੰਮ੍ਰਿਤਧਾਰੀ ਹਨ, ਇਸ ਕਰਕੇ ਗੁਰਮਤਿ ਤੋਂ 1 ਇੰਚ ਵੀ ਪਾਸੇ ਨਹੀਂ ਇੱਥੇ ਜਾ ਰਹੇ ਮੰਗਲ ਕਰਦਿਆਂ ਹੋਇਆਂ। ਠੀਕ ਹੈ, ਕਵੀਆਂ ਦੀ ਇਹ ਮਰਿਆਦਾ ਹੈ ਕਿ ਉਹ ਵਿਦਿਆ ਦੀ ਦੇਵੀ ਜਾਂ ਉਜਲ ਬੁੱਧੀ ਜਾਂ ਸਰਸਵਤੀ ਕਹਿ ਲਓ, ਉਸ ਦਾ ਮਾਣ ਸਨਮਾਨ ਕਰਦੇ ਹਨ ਕਿ ਸਾਨੂੰ ਚੰਗੀ ਕਵਿਤਾ ਸਫੁਰਨ ਹੋਵੇ, ਸਾਡੀ ਬੁੱਧੀ ਸ਼ਵਾਸ਼ ਰਹੇ, ਉਜਲ ਰਹੇ। ਇਹ ਧੰਨਵਾਦ ਦੇ ਸ਼ਬਦ ਕਵੀ ਜੀ ਨੇ ਲਿਖੇ ਹਨ। ਉਪਰੰਤ ਲਿਖਦੇ ਹਨ ਕਿ ਮੈਂ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨ ਕਰਦਿਆਂ ਕਰਦਿਆਂ, ਚੇਤੇ ਕਰਦਿਆਂ ਕਰਦਿਆਂ ਇਹ ਕਥਾ ਸੰਪੂਰਨ ਕੀਤੀ ਹੈ। ਇਹ ਜਿਹੜੀ ਸਤਿਗੁਰ ਦੇ ਇਤਿਹਾਸ ਦੀ ਕਥਾ ਹੈ, ਜਿਵੇਂ ਜੰਗਲ ਦੇ ਵਿੱਚ ਹਥਣੀਆਂ ਦਾ ਝੁੰਡ ਹੋਵੇ ਅਤੇ ਉਹਨਾਂ ਦੇ ਉੱਤੇ ਆ ਕੇ ਇੱਕ ਸ਼ੇਰਨੀ ਟੁੱਟ ਕੇ ਪੈ ਜਾਂਦੀ ਆ ਨਾ, ਇਸੇ ਤਰ੍ਹਾਂ ਸਾਡੇ ਪਾਪਾਂ ਰੂਪੀ ਹਥਣੀਆਂ ਦਾ ਜਿਹੜਾ ਝੁੰਡ ਹੈ, ਵਿਕਾਰਾਂ ਰੂਪੀ ਹਥਣੀਆਂ ਦਾ ਜਿਹੜਾ ਝੁੰਡ ਹੈ, ਇਹਦੇ ਉੱਤੇ ਸਤਿਗੁਰੂ ਜੀ ਦੀ ਜਿਹੜੀ ਸੋਹਣੀ ਕਥਾ ਹੈ, ਇਹ ਬਾਘਣ ਦੀ ਤਰ੍ਹਾਂ, ਸ਼ੇਰਨੀ ਦੀ ਤਰ੍ਹਾਂ ਟੁੱਟ ਕੇ ਪੈ ਜਾਂਦੀ ਹੈ, ਭਾਵ ਸਾਡੇ ਪਾਪਾਂ ਨੂੰ ਨਾਸ਼ ਕਰ ਦਿੰਦੀ ਹੈ। ਔਰ ਜਿਵੇਂ ਮੁਕਤਿਆਂ ਮੋਤੀਆਂ ਦੀ ਲੜੀ ਬੜੀ ਖਰੀ, ਬੜੀ ਸੋਹਣੀ ਸ਼ੋਭਨੀਕ ਹੁੰਦੀ ਆ, ਇਸੇ ਪ੍ਰਕਾਰ ਇਹ ਕਥਾ ਸੁੰਦਰ ਛੰਦਾਂ ਦੇ ਵਿੱਚ ਕਵੀ ਜੀ ਕਹਿੰਦੇ ਮੈਂ ਬਣਾ ਸਵਾਰ ਕੇ ਕਾਵਿ ਰੂਪ ਦੇ ਵਿੱਚ ਲਿਖੀ ਹੈ। ਔਰ ਕੁਮੱਤ ਦੀ ਇਹ ਵੈਰਨ ਹੈ, ਭੈੜੀ ਬੁੱਧੀ ਦੀ ਵੈਰਨ ਹੈ।
ਜਿੰਨੀ ਮਰਜ਼ੀ ਬੈਲ ਬੁੱਧੀ, ਜਿੰਨੀ ਮਰਜ਼ੀ ਮਾੜੀ ਬੁੱਧੀ, ਦੁਸ਼ਟ ਬੁੱਧੀ ਹੋਵੇ, ਜਿਹੜਾ ਵੀ ਗੁਰੂ ਕਾ ਸਿੱਖ ਭਾਵਨਾ ਨਾਲ ਸਤਿਗੁਰੂ ਦੇ ਇਤਿਹਾਸ ਦੀ ਕਥਾ ਸੁਣਦਾ ਨਾ, ਕਵੀ ਜੀ ਕਹਿੰਦੇ ਉਹਦੀ ਕੁਮੱਤ ਨੂੰ, ਖੋਟੀ ਮੱਤ ਨੂੰ ਇਹ ਸ਼ੀਘਰ ਹੀ ਸਤਿਗੁਰੂ ਜੀ ਦੀ ਕਥਾ, ਸਤਿਗੁਰੂ ਜੀ ਦੀ ਮਹਿਮਾ ਵਡਿਆਈ ਜਦੋਂ ਸੁਣਦਾ ਮਨੁੱਖ ਤੇ ਉਹਦੀ ਖੋਟੀ ਬੁੱਧੀ ਨਾਸ਼ ਹੋ ਜਾਂਦੀ ਹੈ, ਚੰਗੀ ਸਮੱਤ ਪ੍ਰਕਾਸ਼ ਹੋ ਜਾਂਦੀ ਹੈ। ਇਸੇ ਪ੍ਰਕਾਰ ਇਸ਼ਟ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ, ਦਸੇ ਪਾਤਸ਼ਾਹੀਆਂ ਦਾ ਮੰਗਲ ਕਵੀ ਜੀ ਨੇ ਕੀਤਾ। ਇੱਥੇ ਦੱਸਦੇ ਹਨ ਕਿ ਪਾਰ ਬ੍ਰਹਮ ਕੇ ਗੁਰ ਅਵਤਾਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਦੇਵੀ ਦੇਵਤੇ ਦੇ ਅਵਤਾਰ ਨਹੀਂ ਹਨ। ਜਿਵੇਂ ਵਿਸ਼ਨੂੰ ਜੀ ਦੇ 24 ਅਵਤਾਰਾਂ ਦਾ ਕਥਨ ਆਉਂਦਾ, 23 ਅਵਤਾਰ ਹੋ ਚੁੱਕੇ ਆ, 24ਵਾਂ ਨਿਹਕਲੰਕ ਅਵਤਾਰ ਆਉਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। 10 ਪ੍ਰਮੁੱਖ ਅਵਤਾਰ ਹਨ, 14 ਗੌਣ ਅਵਤਾਰ, ਪਰ ਸਤਿਗੁਰੂ ਜੀ ਇਹਨਾਂ ਦੇਵੀ ਦੇਵਤਿਆਂ ਦੇ ਅਵਤਾਰ ਨਹੀਂ। ਕਵੀ ਜੀ ਨੇ ਬਿਲਕੁਲ ਕਲੀਅਰ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਲਿਖਿਆ ਹੈ, ਪਾਰ ਬ੍ਰਹਮ ਕੇ ਗੁਰ ਅਵਤਾਰ। ਦਸੇ ਪਾਤਸ਼ਾਹੀਆਂ ਜਿਹੜੀਆਂ ਹੋਈਆਂ ਇਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਅਵਤਾਰ ਹੋਏ ਆ, ਨਾ ਕਿ ਕਿਸੇ ਦੇਵੀ ਦੇਵਤੇ ਦੇ। ਸਾਰੇ ਸੰਸਾਰ ਨੂੰ ਤਾਰਨ ਵਾਸਤੇ ਸ੍ਰੇਸ਼ਟ ਸਤਿਗੁਰੂ ਜੀ, ਸ਼ੁਭਾਇਮਾਨ ਸਤਿਗੁਰੂ ਜੀ ਇਹ ਦੁਨੀਆ ਵਿੱਚ ਆਏ, ਦੁੱਖਾਂ ਨੂੰ ਦੂਰ ਕੀਤਾ, ਸਿੱਖਾਂ ਦਾ ਉਧਾਰ ਕੀਤਾ। ਜਿਹੜਾ ਇਹਨਾਂ ਦੀ ਸਿੱਖੀ ਨੂੰ ਧਾਰਨ ਕਰਦਾ ਹੈ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇੱਥੋਂ ਤੱਕ ਆਪਾਂ ਕਥਾ ਸਰਵਣ ਕਰ ਚੁੱਕੇ ਹਾਂ। ਛੇਕੜਲਾ ਪ੍ਰਸੰਗ, ਰਹਿੰਦਾ ਪ੍ਰਸੰਗ, ਅੰਤਮ ਪ੍ਰਸੰਗ, ਅੰਤਮ ਅਧਿਆਏ, ਅੰਤਮ ਅੰਸੂ ਜਿਹੜਾ 36ਵਾਂ ਦੂਜੇ ਐਨ ਦਾ, ਉਹ ਅੱਜ ਆਪਾਂ ਸਰਵਣ ਕਰਨਾ ਹੈ। ਆਓ ਬੜੇ ਪਿਆਰ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਦਸੇ ਪਾਤਸ਼ਾਹੀਆਂ ਦੀ ਮਹਿਮਾ ਦੇ ਵਿੱਚ ਜੁੜੀਏ, ਪਿਆਰ ਦੇ ਨਾਲ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ਼ਟ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੰਗਲ। ਕਵੀ ਸੰਤੋਖ ਸਿੰਘ ਜੀ ਆਪਣੇ ਇਸ਼ਟ 10 ਪਾਤਸ਼ਾਹੀਆਂ ਨੂੰ ਮੰਨਦੇ, 10 ਪਾਤਸ਼ਾਹੀਆਂ ਉੱਤੇ ਅਥਾਹ ਸ਼ਰਧਾ ਭਾਵਨਾ ਹੈ ਉਹਨਾਂ ਦੀ, ਜਿਸ ਕਰਕੇ ਉਹਨਾਂ ਦਾ ਮੰਗਲ, ਖੁਸ਼ੀ ਦਾ ਗੀਤ ਉਹਨਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਉਚਾਰਨ ਕਰ ਰਹੇ ਹਨ, ਲਿਖ ਰਹੇ ਹਨ। ਸੋਈਆ ਧਾਰ ਪੂਰਬ ਪੂਰਬ ਰੂਪ ਭਏ। ਕਹਿੰਦੇ ਦਸੇ ਪਾਤਸ਼ਾਹੀਆਂ ਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਥਮ ਹੋਏ ਹੈ ਔਰ ਉਹਨਾਂ ਨੇ ਪੂਰਬਲਾ ਰੂਪ ਧਾਰਨ ਕੀਤਾ ਹੈ। ਕਿਉਂਕਿ ਸੰਸਾਰ ਵਿੱਚ ਰੂਪ ਤਾਂ ਬਹੁਤ ਹੈ, ਆਕਾਰ ਬਹੁਤ ਹੈ, ਪਰ ਸਭ ਤੋਂ ਪਹਿਲਾ ਰੂਪ, ਪੂਰਬਲਾ ਰੂਪ, ਉਹ ਤਾਂ ਪ੍ਰਮਾਤਮਾ ਦਾ ਹੀ ਹੈ ਨਾ। ਸਭ ਤੋਂ ਪਹਿਲਾਂ ਪ੍ਰਮਾਤਮਾ ਹੋਇਆ, ਉਸ ਤੋਂ ਬਾਅਦ ਉਹਨੇ ਬਾਕੀ ਰੂਪ ਪੈਦਾ ਕੀਤੇ। ਸੋ ਪੂਰਬਲਾ ਰੂਪ ਭਾਵ ਅਕਾਲ ਪੁਰਖ ਦਾ ਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਅਚਰਜ ਰੂਪ ਧਾਰਨ ਕਰਕੇ ਦੁਨੀਆ ਉੱਤੇ ਆਏ ਹਨ। ਗੁਰੂ ਨਾਨਕ ਜੋਤ ਉਦਾਰ ਹੈ। ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਜੋਤੀ ਲੈ ਕੇ ਉਦਾਰ ਜੋਤੀ ਵਾਲੇ, ਸ੍ਰੇਸ਼ਟ ਜੋਤੀ ਵਾਲੇ ਹੋਏ ਹਨ। ਦਾਰ ਕਿਦੋਂ ਨਰ ਪੰਥ ਪਰੇ ਤਿਨ ਸੇ। ਦਾਰ ਕਿਦੋਂ ਨਰ ਪੰਥ ਪਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਪੰਥ, ਐਸਾ ਰਸਤਾ, ਐਸਾ ਮਾਰਗ ਦਰਸਾਇਆ ਹੈ, ਐਸੀ ਰੀਤੀ ਗੁਰਸਿੱਖੀ ਦੀ ਚਲਾਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਇਸ ਰਸਤੇ ਉੱਤੇ, ਇਸ ਪੰਥ ਦੇ ਉੱਤੇ ਦਾਰਾ ਨਾਮ ਇਸਤਰੀ ਦਾ। ਦਾਰ ਕਿਦੋਂ ਨਰ, ਇਸਤਰੀ ਜਾਂ ਮਨੁੱਖ ਕੋਈ ਵੀ ਚੱਲ ਸਕਦਾ ਹੈ। ਕੋਈ ਬੀਬੀ ਗੁਰੂ ਕੀ ਸਿੱਖਣੀ ਸੱਜ ਸਕਦੀ ਆ, ਕੋਈ ਭਾਈ ਗੁਰੂ ਕਾ ਸਿੱਖ ਸੱਜ ਸਕਦਾ। ਗੁਰਬਾਣੀ ਤੇ ਸ਼ਰਧਾ ਭਾਵਨਾ ਕਰਕੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਿੰਘਣੀਆਂ ਸਾਰੇ ਸੱਜ ਸਕਦੇ ਆ, ਕਿਸੇ ਵਾਸਤੇ ਕੋਈ ਮਨਾਹੀ ਨਹੀਂ ਹੈ। ਲੇਕਿਨ ਆਪਾਂ ਹੋਰਨਾਂ ਧਰਮਾਂ ਦੇ ਵਿੱਚ ਇਹ ਪੜ੍ਹਦੇ ਸੁਣਦੇ ਆਏ ਹਾਂ, ਹੁਣ ਵੀ ਉਹ ਰੀਤੀਆਂ ਪ੍ਰਚਲਿਤ ਹੈ ਕਿ ਇਸਤਰੀ ਨੂੰ ਧਾਰਮਿਕ ਤੌਰ ਦੇ ਉੱਤੇ ਵੀ ਬਰਾਬਰਤਾ ਨਹੀਂ ਦਿੱਤੀ ਗਈ ਹੈ ਬਹੁਤਿਆਂ ਧਰਮਾਂ ਦੇ ਵਿੱਚ। ਕੇਵਲ ਤੇ ਕੇਵਲ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਸਿੱਖੀਜ਼ਮ ਹੈ, ਸਿੱਖ ਧਰਮ ਹੈ, ਸਿੱਖੀ ਦਾ ਰਸਤਾ, ਸਿੱਖੀ ਦਾ ਪੰਥ ਹੈ, ਜਿਸ ਵਿੱਚ ਇਸਤਰੀ ਆਵੇ, ਮਰਦ ਆਵੇ, ਕੋਈ ਵੀ ਸਿੱਖੀ ਨੂੰ ਧਾਰਨ ਕਰਕੇ
ਗੁਰੂ ਕੀ ਸਿੱਖੀ ਦੇ ਰਸਤੇ ਦੇ ਉੱਤੇ ਚੱਲ ਸਕਦਾ ਹੈ। ਇਸ ਕਰਕੇ ਕਵੀ ਜੀ ਲਿਖ ਰਹੇ ਆ, ਦਾਰ ਕਿਦੋਂ ਨਰ ਪੰਥ ਪਰੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਸਤੇ ਦੇ ਉੱਤੇ ਇਸਤਰੀ ਜਾਂ ਮਰਦ ਕੋਈ ਵੀ ਚੱਲ ਪਵੇ, ਤਿਨ ਸੇ ਜਗ ਸਾਗਰ ਤੇ ਪਰ ਪਾਰ। ਉਹਨਾਂ ਸਾਰਿਆਂ ਨੂੰ ਹੀ ਸੰਸਾਰ ਸਾਗਰ ਤੋਂ ਸਤਿਗੁਰ ਸੱਚੇ ਪਾਤਸ਼ਾਹ ਪਾਰ ਕਰ ਦਿੰਦੇ ਹਨ, ਪਾਰ ਉਤਾਰਾ ਕਰਦੇ ਹਨ। ਪਾਰ ਤੇ ਗੁਣ ਕਾਰ ਤੇ ਔਗਣ। ਔਰ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਦਿਆਲੂ ਕਿਰਪਾਲੂ ਹੈ ਕਿ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਪਾਰਤ ਹੈ ਗੁਣ, ਗੁਣਾਂ ਨੂੰ ਪਾਲਣਾ ਕਰਦੇ ਹੈ, ਗੁਣ ਪੈਦਾ ਕਰਦੇ ਹੈ। ਟਾਰਤ ਔਗਣ, ਜੇ ਕੋਈ ਔਗਣ ਆ ਜਾਵੇ ਉਸ ਔਗਣ ਨੂੰ ਵੀ ਟਾਲ ਦਿੰਦੇ ਆ। ਜਿਵੇਂ ਆਪਾਂ ਭਾਈ ਜੋਗਾ ਸਿੰਘ ਜੀ ਦੀ ਸਾਖੀ ਪੜ੍ਹਦੇ ਹਾਂ, ਔਗਣ ਆਉਣ ਲੱਗਿਆ ਸੀ ਨਾ, ਵੇਸ਼ਵਾਵਾਂ ਦੇ ਬਾਜ਼ਾਰ ਵਿੱਚ ਜਾਣ ਲੱਗਿਆ ਸੀ ਭਾਈ ਜੋਗਾ ਹੁਸ਼ਿਆਰਪੁਰ। ਕੰਚਨੀਆਂ ਦੇ ਬਾਜ਼ਾਰ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਬਰਛਾ ਫੜ ਕੇ ਪਹਿਰੇਦਾਰ ਬਣ ਕੇ ਖੜ ਗਏ। ਭਾਈ ਜੋਗਿਆ, ਬਾਣੇ ਤੋਂ ਗੁਰੂ ਕਾ ਸਿੱਖ ਲੱਗਦਾ, ਅੰਮ੍ਰਿਤ ਵੇਲਾ ਗੁਰੂ ਕੇ ਸਿੱਖਾਂ ਦਾ ਆਹ ਸਮਾਂ ਤਾਂ ਗੁਰਬਾਣੀ ਨਾਲ ਜੁੜਨ ਦਾ ਹੁੰਦਾ, ਤੂੰ ਕਿੱਧਰ ਨੂੰ ਤੁਰਿਆ ਫਿਰਦਾ। ਟਾਲ ਦਿੱਤਾ ਨਾ ਔਗਣ ਸਤਿਗੁਰ ਨੇ। ਇਸ ਕਰਕੇ ਕਵੀ ਜੀ ਕਹਿੰਦੇ ਪਾਰਤ ਹੈ ਗੁਣ, ਗੁਣਾਂ ਦੀ ਪਾਲਣਾ ਕਰਦੇ ਹੈ। ਟਾਰਤ ਔਗਣ, ਔਗਣਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਟਾਲ ਦਿੰਦੇ ਹਨ, ਦੂਰ ਕਰ ਦਿੰਦੇ ਹਨ। ਗਿਆਨ ਸਕਾਰਤ ਬਾਗ ਵਿਚਾਰੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਵਾਕ ਬਚਨ ਗੁਰਬਾਣੀ ਨੂੰ ਜਿਹੜਾ ਵੀ ਗੁਰੂ ਕਾ ਸਿੱਖ ਵਿਚਾਰ ਲੈਂਦਾ ਹੈ, ਗੁਰਬਾਣੀ ਦੀ ਵਿਚਾਰ ਕਰਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਉਹ ਸਿੱਖ ਦੇ ਉੱਤੇ ਕਿਰਪਾ ਕਰਕੇ ਗਿਆਨ ਸਿਖਾਰਤ, ਉਹਨੂੰ ਗਿਆਨ ਬਖਸ਼ਿਸ਼ ਕਰ ਦਿੰਦੇ ਆ, ਗਿਆਨ ਸਿਖਾ ਦਿੰਦੇ ਆ, ਬ੍ਰਹਮ ਗਿਆਨੀ ਬਣਾ ਦਿੰਦੇ ਹਨ। ਚਾਰੋਂ ਵੇਦ ਉਚਾਰੇ ਸਾਰੇ। ਔਰ ਸਤਿਗੁਰੂ ਜੀ ਨੇ ਜਿਹੜੀ ਇਹ ਗੁਰਬਾਣੀ ਉਚਾਰਨ ਕੀਤੀ ਹੈ ਨਾ, ਪੁਰਾਤਨ ਸਮਿਆਂ ਵਿੱਚ ਵੇਦ ਬਾਣੀ ਨੂੰ ਪ੍ਰਮੁੱਖ ਮੰਨਿਆ ਜਾਂਦਾ ਸੀ। ਚਾਰੇ ਵੇਦਾਂ ਦਾ ਤਤ ਸਾਰ ਸਿਧਾਂਤ ਜਿਹੜਾ ਸਤਿਗੁਰੂ ਨੇ ਆਪਣੀ ਗੁਰਬਾਣੀ ਦੇ ਇੱਕ ਇੱਕ ਅੱਖਰ ਦੇ ਵਿੱਚ ਅੰਕਿਤ ਕੀਤਾ ਹੋਇਆ। ਚਾਰ ਵੇਦਾਂ ਦੇ ਵਿੱਚ ਵੱਡ ਆਕਾਰ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਗਈ ਸੀ, ਉਹ ਸਿੱਖਿਆ ਦਾ ਤਤ ਸਾਰ ਸਤਿਗੁਰੂ ਜੀ ਦੇ ਇੱਕ ਇੱਕ ਵਚਨ ਵਿੱਚ ਉਚਾਰਨ ਕੀਤਾ ਹੋਇਆ ਹੈ। ਬੰਦਤ ਹਾਂ ਅਬ ਮੋਰੇ ਉਧਾਰਨੇ। ਤੇ ਮੈਂ ਕਵੀ ਸੰਤੋਖ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੰਦਤ ਨਮਸਕਾਰ ਕਰਦਾ ਹਾਂ ਹੱਥ ਬੰਨ੍ਹ ਕੇ। ਅਬ ਮੋਹੇ ਉਧਾਰ ਹੈ, ਜਿਹੜੇ ਸਾਰਿਆਂ ਦਾ ਉਧਾਰ ਕਰਨ ਵਾਲੇ ਹੈ, ਸਾਰਿਆਂ ਦੇ ਔਗਣਾਂ ਨੂੰ ਟਾਲ ਕੇ ਗੁਣ ਬਖਸ਼ਣ ਵਾਲੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ, ਗੁਰੂ ਨਾਨਕ ਦੇਵ ਮਹਾਰਾਜ ਮੇਰਾ ਵੀ ਉਧਾਰ ਕਰ ਦੇਣ, ਮੇਰਾ ਵੀ ਪਾਰ ਉਤਾਰਾ ਕਰ ਦੇਣ। ਇੱਕ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲ। ਅੱਗੇ ਦੂਜੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮੰਗਲਾਚਰਨ ਉਚਾਰਨ ਕਰਦੇ ਹਨ। ਚਤੁਰ ਪਦਾ ਛੰਦ ਜਾਲ ਜੰਜਾਲ ਫਸੇ ਜੋ ਮਿਲੇ। ਕਵੀ ਜੀ ਕਹਿੰਦੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕੀ ਹੈ, ਵਡਿਆਈ ਕੀ ਹੈ। ਕਹਿੰਦੇ ਜਾਲ, ਸਾਰੀ ਜਿਹੜੇ ਜਾਲ ਜੰਜਾਲ ਫਸੇ ਜੋ ਮਿਲੇ, ਦੁਨਿਆਵੀ ਜਿਹੜੇ ਝਗੜੇ ਝੇੜਿਆਂ ਦੇ ਵਿੱਚ, ਗ੍ਰਸਤ ਦੇ ਜੰਜਾਲਾਂ ਦੇ ਵਿੱਚ, ਪਦਾਰਥਾਂ ਦੇ ਜਾਲਾਂ ਦੇ ਵਿੱਚ ਜਿਹੜੇ ਲੋਕ ਫਸੇ ਹਨ, ਪਰ ਆ ਕੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਸਤਿਗੁਰੂ ਜੀ ਨੂੰ ਮਿਲੇ ਹਨ। ਤਿਨ ਦਾਸਨ ਬ੍ਰਿੰਦ ਵਿਕਾਰਨ ਜਾਲ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾਸਾਂ, ਉਹਨਾਂ ਸੇਵਕਾਂ ਦੇ ਜਿੰਨੇ ਵੀ ਵਿਕਾਰ ਹੈ, ਸਾਰੇ ਵਿਕਾਰਾਂ ਦਾ ਜਿਹੜਾ ਜਾਲ ਹੈ ਉਹਨੂੰ ਜਾਲ ਦਿੱਤਾ ਹੈ, ਸਾੜ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਜਾਲਨ ਕੋ ਉਪਦੇਸ਼ ਬਖਾਨ ਕੈ। ਜਾਲਣ ਕੋ ਸਾਰਿਆਂ ਨੂੰ, ਅਨੇਕਾਂ ਨੂੰ ਹੀ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬੋਲ ਕੇ ਬਖਸ਼ਿਸ਼ ਕੀਤਾ। ਸ੍ਰੀ ਸਤਨਾਮ ਕੀ ਦੇ ਜਪਮਾਲ। ਔਰ ਸ੍ਰੀ ਸਤਨਾਮ ਵਾਹਿਗੁਰੂ ਦੇ ਜਪ ਦੀ ਮਾਲਾ ਜਿਹੜੀ ਦਿੱਤੀ ਹੈ, ਕੋਈ ਕਿਸੇ ਮੰਤਰ ਦੇ ਨਾਲ ਮਾਲਾ ਜਾਪ ਕਰਦਾ ਹੈ, ਕੋਈ ਕਿਸੇ ਮੰਤਰ ਦੇ ਨਾਲ, ਪਰ ਗੁਰਮਤਿ ਵਿੱਚ ਵਾਹਿਗੁਰੂ ਗੁਰ ਮੰਤਰ ਹੈ। ਜਪ ਹਉਮੈ ਖੋਈ, ਇਹ ਸਤਨਾਮ ਵਾਹਿਗੁਰੂ ਦਾ ਜਿਹੜਾ ਮੰਤਰ ਹੈ, ਇਹ ਸਤਿਗੁਰੂ ਸਾਹਿਬਾਨਾਂ ਨੇ ਬਖਸ਼ਿਸ਼ ਕੀਤਾ ਹੈ। ਮਾਲਕ ਦੀਨ ਦੁਨੀ ਗੁਰ ਅੰਗਦ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਅਤੇ ਦੁਨੀ, ਲੋਕ ਅਤੇ ਪਰਲੋਕ ਦੋਵਾਂ ਦੇ ਮਾਲਕ ਹਨ। ਬੰਦਨ ਦੇ ਕਰ ਦੇ ਤਨਹਾਲ। ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕਰਦਾ ਨਾ, ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਹਾਲ ਕਰ ਦਿੰਦੇ ਆ। ਜਿਹੜਾ ਸਤਿਗੁਰੂ ਦੀ ਸ਼ਰਨ ਪੈ ਜਾਂਦਾ ਸੱਚੇ ਦਿਲੋਂ,
ਆ ਕੇ ਸੀਸ ਝੁਕਾਉਂਦਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਸਿੱਖ ਦਾ ਜੀਵਨ ਖੁਸ਼ੀਆਂ ਨਾਲ ਭਰ ਦਿੰਦੇ ਹਨ, ਨਿਹਾਲੋ ਨਿਹਾਲ ਕਰ ਦਿੰਦੇ ਹਨ। ਹਾਲ ਪਰਲੋਕ ਤਨੈ ਔਰ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ ਆ ਕੇ, ਸੋ ਕਹੋ ਟਲ ਗੁਰ ਸੇਵੀਐ, ਅਹਨੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਫਿਰ ਸਾਧ ਸੰਗਤ ਉਹਨਾਂ ਦੇ ਹਰ ਪ੍ਰਕਾਰ ਦੇ ਦੁੱਖ ਦੂਰ ਹੋ ਕੇ ਹਾਲ ਭਇਓ ਪਰਲੋਕ ਤਿਨੈ। ਪਰਲੋਕ ਦੇ ਵਿੱਚ ਵੀ, ਸੱਚਖੰਡ ਦੇ ਵਿੱਚ ਵੀ, ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ, ਦੋਵੇਂ ਜਗ੍ਹਾ ਦੇ ਉੱਤੇ ਉਹਨਾਂ ਦਾ ਹਾਲ ਜਿਹੜਾ ਭਲਾ ਹੁੰਦਾ ਹੈ, ਸ਼ੁਭ ਚੰਗਾ ਹੁੰਦਾ ਹੈ। ਨਹਿ ਫੇਰ ਫਸੈ ਕਬਹੂ ਜਮ ਜਾਲ ਤੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਆ, ਮੁੜ ਕੇ ਕਦੇ ਜਮਾਂ ਦੇ ਜਾਲ ਵਿੱਚ ਨਹੀਂ ਫਸਦੇ। ਸੋਈਆ ਮੋਹਿ ਹਿਰਦੈ ਬਸ ਕੈ ਨਿਸੁਬਾਸੁਰ। ਤੀਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਮੰਗਲਾ ਚਰਨ ਉਚਾਰਦੇ ਕਵੀ ਜੀ ਲਿਖਦੇ ਹੈ ਕਿ ਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਮੇਰੇ ਹਿਰਦੇ ਦੇ ਵਿੱਚ ਦਿਨ ਰਾਤ ਨਿਵਾਸ ਕਰੋ। ਨਾਸ਼ ਕਲੇਸ਼ ਕਰੋ ਹੋਏ ਮੋਹਨਾ। ਤੇ ਆਪ ਜੀ ਕਿਰਪਾ ਕਰੋ, ਮੇਰੇ ਸਾਰੇ ਕਲੇਸ਼ ਜਿਹੜੇ 5 ਪ੍ਰਕਾਰ ਦੇ ਕਲੇਸ਼ ਆ, ਰਾਗ ਦਵੈਖ ਅਭਿਨਿਵੇਸ਼ ਅਵਿਦਿਆ ਅਸਮਤਾ, ਇਹਨਾਂ ਦਾ ਨਾਸ਼ ਕਰ ਦੇਵੋ। ਮੋਹਨ ਕੇ ਪਤ ਸ੍ਰੀ ਗੁਰ ਪੂਰਨ। ਔਰ ਨਾਸ਼ ਕਲੇਸ਼ ਕਰੋ ਹੋਏ ਮੋਹ ਨਾ, ਮੇਰੇ ਮਨ ਦੇ ਵਿੱਚ ਮੁੜ ਕੇ ਦੁਨਿਆਵੀ ਪਦਾਰਥਾਂ ਦਾ, ਦੁਨਿਆਵੀ ਚੀਜ਼ਾਂ ਦਾ ਮੋਹ ਨਾ ਹੋਵੇ। ਤੇ ਅੱਗੇ ਲਿਖਦੇ ਆ ਮੋਹਨ ਕੇ ਪਿਤ ਸ੍ਰੀ ਗੁਰ ਪੂਰਨ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਗੁਰੂ ਹਨ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਔਰ ਮੋਹਨ ਕੇ ਪਿਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਦਾ ਨਾਮ ਬਾਬਾ ਮੋਹਨ ਜੀ, ਛੋਟਿਆਂ ਦਾ ਨਾਮ ਬਾਬਾ ਮੋਹਰੀ ਜੀ ਹੈ। ਇਸ ਕਰਕੇ ਕਵੀ ਜੀ ਲਿਖਦੇ ਆ ਮੋਹਨ ਕੇ ਪਿਤ, ਮੋਹਨ ਜੀ ਦੇ ਪਿਤਾ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਪੂਰਨ ਗੁਰੂ ਹਨ। ਦਾਸਨ ਕੇ ਕਰਤਾ ਮਨ ਮੋਹਨ। ਜਿਹੜੇ ਆਪਣੇ ਦਾਸਾਂ ਦੇ, ਆਪਣੇ ਸਿੱਖਾਂ ਦੇ, ਆਪਣੇ ਸੇਵਾਦਾਰਾਂ ਦੇ ਹਿਰਦਿਆਂ ਨੂੰ ਮਨ ਮੋਹਿਤ ਕਰ ਰਹੇ ਹਨ। ਸਤਿਗੁਰੂ ਜੀ ਦੇ ਦੀਦਾਰ ਕਰ ਕਰਕੇ ਗੁਰੂ ਕੇ ਸਿੱਖਾਂ ਦੇ ਮਨ ਮੋਹਿਤ ਹੋ ਰਹੇ ਹਨ। ਹੋਏ ਨਾ ਲੋਭ ਕੋ ਲੋਭ ਕਬੈ। ਤੇ ਕਦੇ ਲੋਭ ਦਾ ਵੀ ਲੋਭ ਨਹੀਂ ਹੁੰਦਾ। ਕਿਸੇ ਚੀਜ਼ ਦਾ ਲਾਲਚ ਜਿਹੜਾ ਉਹ ਮਨ ਵਿੱਚ ਪੈਦਾ ਨਹੀਂ ਹੁੰਦਾ। ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ, ਪਦਾਰਥਾਂ ਦਾ ਲੋਭ ਕਦੇ ਉਪਜਦਾ ਨਹੀਂ। ਨਹਿ ਕਾਮ ਕੋ ਕਾਮ ਹੰਕਾਰ ਨਾ ਕ੍ਰੋਧ ਨਾ। ਤੇ ਨਾ ਹੀ ਕਾਮ ਦੀ ਜਿਹੜੀ ਕਾਮਨਾ ਪੈਦਾ ਹੁੰਦੀ ਹੈ, ਕਾਮ ਦੀ ਇੱਛਾ ਪੈਦਾ ਹੁੰਦੀ ਹੈ, ਔਰ ਨਾ ਹੰਕਾਰ ਪੈਦਾ ਹੁੰਦਾ ਹੈ, ਤੇ ਨਾ ਜਿਹੜਾ ਕ੍ਰੋਧ ਉਹ ਰਹਿੰਦਾ। ਉਹ ਵੀ ਸਤਿਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਕੇ ਖਤਮ ਕਰਦੇ ਹਨ। ਕੋ ਸਿਓਟ ਸਦਾ ਨਿਜ ਦਾਸਨ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੁੱਲ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਤਿਗੁਰੂ ਸੱਚੇ ਪਾਤਸ਼ਾਹ ਪਰਬਤ ਦੀ ਤਰ੍ਹਾਂ, ਪਹਾੜ ਦੀ ਤਰ੍ਹਾਂ ਸਾਡਾ ਆਸਰਾ ਹਨ। ਕੋਹ ਸੀ ਓਟ ਸਦਾ ਨਿਜ ਦਾਸਨ। ਆਪਣੇ ਦਾਸਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕੋ ਨਾਮ ਪਹਾੜ ਦਾ ਹੈ। ਪਹਾੜ ਵਰਗੀ ਓਟ, ਪਹਾੜ ਵਰਗਾ ਆਸਰਾ ਦਿੰਦੇ ਹਨ। ਦਾਨ ਕੋ ਦੀਨ ਕਰੇ ਨਿਰਮੋਹਨ। ਔਰ ਸਾਡੇ ਵਰਗੇ ਦੀਨਾਂ ਨੂੰ, ਗਰੀਬਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਐਸਾ ਦਾਨ ਨਾਮ ਦਾ ਬਖਸ਼ਿਸ਼ ਕਰਦੇ ਹੈ ਕਿ ਨਿਰਮੋਹਨ, ਨਿਰਮੋਹ ਕਰ ਦਿੰਦੇ ਹਨ, ਮੋਹ ਤੋਂ ਦੂਰ ਕਰਦੇ ਹਨ। ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮੰਗਲ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜੀ ਦਾ ਮੰਗਲਾ ਚਰਨ ਉਚਾਰਦੇ ਕਵੀ ਜੀ ਲਿਖਦੇ ਹਨ ਹਰਦਾਸ ਤਨੈ ਹਰਦਾਸ ਪਨੈ। ਬਾਬਾ ਹਰਦਾਸ ਜੀ ਦੇ ਤਨੈ ਕਹੀਏ ਪੁੱਤਰ ਹਨ, ਪਰ ਹਰਦਾਸ ਭਨੈ ਆਪਣੇ ਆਪ ਨੂੰ ਹਰੀ ਦਾ ਦਾਸ, ਸਭ ਜਗ੍ਹਾ ਦੇ ਉੱਤੇ ਰਮੇ ਹੋਏ ਵਿਆਪਕ ਵਾਹਿਗੁਰੂ ਦਾ ਰਾਮ ਦਾ ਦਾਸ, ਰਾਮਦਾਸ ਨਾਮ ਸਤਿਗੁਰੂ ਜੀ ਕਹਾਉਂਦੇ ਹਨ। ਹਰ ਰੂਪ ਬਨੈ ਹਰ ਪੂਜਤ ਹੈ ਜਿਨ। ਹਰੀ ਦਾ ਰੂਪ ਰਾਮ ਦਾ ਦਾਸ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਆਏ ਹਨ ਤੇ ਹਰ ਪੂਜਤ ਹੈ ਜਿਨ। ਜਿਨ੍ਹਾਂ ਨੂੰ ਹਰੀ ਕਹੀਏ ਵਿਸ਼ਨੂੰ ਵੀ ਪੂਜਦਾ ਹੈ, ਜਿਨ੍ਹਾਂ ਨੂੰ ਹਰੀ ਕਹੀਏ ਸ਼ਿਵ ਜੀ ਵੀ ਪੂਜਦਾ ਹੈ, ਜਿਨ੍ਹਾਂ ਨੂੰ ਹਰੀ ਕਹੀਏ ਅਗਨ ਦੇਵਤਾ ਵੀ ਪੂਜਦਾ ਹੈ। ਹਰ ਦੋਸਨ ਦੈ ਸੁਖ ਦਾਸਨ ਕੋ। ਔਰ ਹਰ ਦੋਸ਼ਨ ਦੈ ਸੁਖ ਦਾਸਨ ਕੋ। ਹਰ ਨਾਮ ਹੈ ਹਰਨ ਦਾ, ਖਤਮ ਕਰਨ ਦਾ। ਦੋਸ਼ਾਂ ਨੂੰ ਸਤਿਗੁਰੂ
ਰਾਮਦਾਸ ਸਾਹਿਬ ਮਹਾਰਾਜ ਖਤਮ ਕਰ ਦਿੰਦੇ ਹੈ ਔਰ ਦਇਆ ਸੁਖ ਦਾਸਨ ਕੋ ਆਪਣੇ ਦਾਸਾਂ ਨੂੰ ਸੇਵਾਦਾਰਾਂ ਨੂੰ ਸੁਖ ਬਖਸ਼ਦੇ ਹਨ। ਔਰ ਮੋਹ ਤੇ ਆਦ ਵਿਕਾਰ ਭਰੇ ਜਨ ਜਿਨ੍ਹਾਂ ਦਾ ਹਿਰਦਾ ਮੋਹ ਤੋਂ ਆਦਿਕ ਲੈ ਕੇ ਬਾਕੀ ਸਾਰੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ, ਉਹਨਾਂ ਸਾਰਿਆਂ ਦੇ ਦੋਸ਼ਾਂ ਨੂੰ, ਸਾਰਿਆਂ ਦੇ ਵਿਕਾਰਾਂ ਨੂੰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਰਨ ਕਰਨ ਵਾਲੇ ਹੈ, ਭਜਾ ਦੇਣ ਵਾਲੇ ਹਨ। ਬਰ ਦੇਤ ਜਨੈ ਬਰ ਮਾਨਵ ਸੇ ਔਰ ਸਤਿਗੁਰੂ ਜੀ ਜਿਹਨੂੰ ਵਰਦਾਨ ਦੇ ਦੇਣ, ਆਸ਼ੀਰਵਾਦ ਦੇਣ, ਉਹ ਮਨੁੱਖ ਸਾਧ ਸੰਗ ਭਾਵੇਂ ਰਾਖਸ਼ ਬੁੱਧੀ ਵਾਲੇ ਵੀ ਕਿਉਂ ਨਾ ਹੋਣ, ਬਰ ਮਾਨਵ ਸੇ, ਬਰ ਨਾਮ ਹੈ ਸ੍ਰੇਸ਼ਟ ਦਾ, ਉਹ ਸ੍ਰੇਸ਼ਟ ਮਨੁੱਖ ਬਣ ਜਾਂਦੇ ਆ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਦੈਵੀ ਗੁਣ ਸਤਿਗੁਰੂ ਜੀ ਉਹਨਾਂ ਵਿੱਚ ਭਰ ਦਿੰਦੇ ਆ। ਸੋ ਕਵੀ ਜੀ ਕਹਿ ਰਹੇ ਆ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਇੰਨੇ ਦਿਆਲੂ ਕਿਰਪਾਲੂ ਹਨ, ਜਿਨ੍ਹਾਂ ਨੂੰ ਵੀ ਆਸ਼ੀਰਵਾਦ ਦੇ ਦੇਣ, ਜਿਨ੍ਹਾਂ ਨੂੰ ਵੀ ਵਰ ਦੇ ਦੇਣ, ਉਹਨਾਂ ਭੈੜੇ ਮਨੁੱਖਾਂ ਨੂੰ ਵੀ ਸ੍ਰੇਸ਼ਟ ਮਨੁੱਖ ਬਣਾ ਦਿੰਦੇ ਹਨ। ਪਰ ਪੰਡ ਭਏ ਜਮ ਰੂਪ ਕੈ ਦਿਨ ਔਰ ਉਹ ਬਰ ਵੰਡ ਪਏ, ਬੜੇ ਬਲ ਵਾਲੇ ਹੋ ਗਏ, ਬਲਵੰਡ ਮਨੁੱਖ ਹੋ ਗਏ, ਤੇ ਜਿਨ੍ਹਾਂ ਨੇ ਜਮ ਰੂਪ ਪਿਖਿਆ ਜੇ ਨਾ, ਜਿਨ੍ਹਾਂ ਨੇ ਫਿਰ ਸਾਧ ਸੰਗਤ ਜੀ ਜਮਾਂ ਦਾ ਰੂਪ ਨਹੀਂ ਦੇਖਿਆ, ਜਮਾਂ ਦੇ ਮੱਥੇ ਨਹੀਂ ਜਿਨ੍ਹਾਂ ਨੂੰ ਲੱਗਣਾ ਪੈਂਦਾ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਾਂ ਨੂੰ ਵੰਡਣ ਵਾਲੇ ਹਨ। ਕਰ ਬੰਦਤ ਨੈ ਕਰ ਬੰਧਨ ਕੋ ਕਰ ਨਾਮ ਹੈ ਹੱਥ ਦਾ, ਬੰਦ ਕਹੀਏ ਬੰਨ ਕੇ, ਹੱਥਾਂ ਨੂੰ ਬੰਦ ਕਰਕੇ, ਬੰਦ ਨਾਮ ਨਮਸਕਾਰ ਦਾ ਬੰਧਨ। ਕਵੀ ਜੀ ਕਹਿੰਦੇ ਮੈਂ ਆਪਣੇ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਕਰਤਾਰ ਗੁਣਾ ਕਰ ਗਿਆਨ ਅਮੇਜਨ ਜਿਹੜੇ ਕਿ ਕਰਤਾਰ ਰੂਪ ਹਨ, ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ, ਸਾਰੇ ਸੰਸਾਰ ਦੇ ਕਰਤੇ ਹਨ। ਔਰ ਗੁਣ ਆਕਰ, ਗੁਣ ਆਕਰ, ਗੁਣਾਂ ਦੀ ਖਾਨ ਹਨ। ਆਕਰ ਨਾਮ ਖਾਨ ਦਾ, ਖਜ਼ਾਨੇ ਦਾ, ਗੁਣਾਂ ਦਾ ਖਜ਼ਾਨਾ ਹਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ। ਗਿਆਨ ਅਮੇਜਨ, ਜਿਨ੍ਹਾਂ ਦਾ ਗਿਆਨ ਜਿਹੜਾ ਉਹ ਗਿਣਤੀ ਮਿਣਤੀ ਤੋਂ ਰਹਿਤ ਹੈ, ਮਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰ ਸੱਚੇ ਪਾਤਸ਼ਾਹ ਕੋਲ ਕਿੰਨਾ ਕੁ ਗਿਆਨ ਹੈ ਔਰ ਸਤਿਗੁਰੂ ਜੀ ਕਿੰਨਾ ਕੁ ਅਮਿਣਵਾਂ ਗਿਆਨ ਬਖਸ਼ਣ ਵਾਲੇ ਹਨ, ਇਹਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮੰਗਲ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦੀ ਉਸਤਤ ਵਿੱਚ ਮੰਗਲਾਚਰਨ ਲਿਖਦੇ ਹਨ ਕਵੀ ਸੰਤੋਖ ਸਿੰਘ ਜੀ। ਕਬਿਤ ਅਰਜਨ ਸੁਨ ਮੇਰੀ ਸਤਿਗੁਰ ਅਰਜਨ। ਹੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਅਰਜਨ ਸੁਣ, ਮੇਰੀਆਂ ਅਰਜ਼ਾਂ ਨੂੰ ਸੁਣ ਲਵੋ, ਬੇਨਤੀਆਂ ਨੂੰ ਸੁਣੋ। ਅਰਜਨ ਹਨ ਅਰਜਨ ਦਸ ਦੀਨਿਓ। ਦੇਖੋ ਬਾ ਕਮਾਲ ਵਿਦਵਤਾ ਹੈ ਕਵੀ ਜੀ ਦੀ, ਇੱਕ ਇੱਕ ਸ਼ਬਦ ਨੂੰ ਕਿਵੇਂ ਵੱਖਰੇ ਵੱਖਰੇ ਅਰਥਾਂ ਵਿੱਚ ਵਰਤ ਰਹੇ ਆ। ਪਹਿਲਾ ਅਰਜਨ ਦਾ ਅਰਥ ਹੈ ਬੇਨਤੀਆਂ, ਦੂਸਰਾ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਆਇਆ। ਤੀਜੀ ਜਗ੍ਹਾ ਲਿਖ ਰਹੇ ਹਨ ਆੜਾ ਰਾਰੇ ਨੂੰ ਸਿਹਾਰੀ ਨਾਲ ਅਰਜਨ, ਅਰਜਨ ਹਨ ਅਰਜਨ ਜਸ ਦੀਨੋ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਰਜਨ ਹਨ, ਅਰੀਜਨ ਜਿਹੜੇ ਵੈਰੀ ਜਨ ਹੈ ਉਹਨਾਂ ਦਾ ਨਾਸ਼ ਕਰਕੇ। ਸੋ ਇਸ ਪ੍ਰਕਾਰ ਅਰਜਨ ਜਸ ਦੀਨੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਆਪਣਾ ਉਜਲਾ ਜਸ ਬਖਸ਼ਿਸ਼ ਕਰ ਰਹੇ ਹਨ। ਅਵਤਾ ਭਰਪੂਰ ਮੈਂ ਚਰਿਤ੍ਰ ਭਰਪੂਰ ਨਿਜ। ਔਰ ਸਤਿਗੁਰੂ ਜੀ ਦੀ ਜਿਹੜੀ ਕਵਿਤਾ, ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਭਰਪੂਰ ਮੇ, ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਉਹ ਵੀ ਨੌ ਰਸਾਂ ਦੇ ਸਹਿਤ ਹੈ, ਹਰ ਪ੍ਰਕਾਰ ਦਾ ਰਸ ਉਹਦੇ ਵਿੱਚ ਸੰਪੂਰਨ ਹੈ। ਔਰ ਕਵੀ ਜੀ ਕਹਿੰਦੇ ਜਿਹੜੀ ਮੈਂ ਕਵਿਤਾ ਲਿਖ ਰਿਹਾ ਇਹ ਵੀ ਭਰਪੂਰ ਮੈਂ, ਇਹਦੇ ਵਿੱਚ ਵੀ ਜਿਹੜੇ ਨੌਵੇਂ ਰਸ ਉਹ ਚੰਗੀ ਤਰ੍ਹਾਂ ਸਮਾਏ ਹੋਏ ਹਨ। ਹਰ ਪ੍ਰਕਾਰ ਦੀ ਛੰਦਾਬੰਦੀ ਦੇ ਵਿੱਚ ਮੈਂ ਸਤਿਗੁਰੂ ਦਾ ਜਸ ਕੀਤਾ। ਸਤਿਗੁਰੂ ਦਾ ਜਸ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਜਿਹੜੇ ਚਰਿੱਤਰ ਹਨ, ਜੀਵਨ ਕੌਤਕ ਹਨ, ਉਹਨਾਂ ਨੂੰ ਮੈਂ ਭਰਪੂਰ ਪੂਰੀ ਤਰ੍ਹਾਂ ਬਹੁਤ ਵਿਸ਼ਾਲਤਾ ਦੇ ਸਹਿਤ ਦਰਜ ਕੀਤਾ ਹੈ। ਪੂਰਨ ਭਰੀ ਗ੍ਰੰਥ ਪੂਰਨ ਯਕੀਨਿਓ। ਔਰ ਸਤਿਗੁਰੂ ਨੇ ਜਿਹੜੀ ਮੇਰੀ ਕਾਮਨਾ ਹੈ ਉਹ ਪੂਰਨ ਕਰ ਦਿੱਤੀ ਹੈ। ਪੂਰਮੇ ਭਰੀ ਹੈ ਗ੍ਰੰਥ ਪੂਰਨ ਯਕੀਨਿਓ। ਕਿਹੜੀ ਕਾਮਨਾ? ਇਹ ਜਿਹੜਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਆ ਨਾ, ਇਹ ਇੱਛਾ ਸੀ ਮੇਰੇ ਮਨ ਦੇ ਵਿੱਚ ਮੈਂ ਸੰਪੂਰਨ ਕਰਾਂ। ਸਤਿਗੁਰੂ ਨੇ ਕਿਰਪਾ ਕਰਕੇ ਇਹਦੇ ਵਿੱਚ ਮੈਨੂੰ ਸਫਲਤਾ ਬਖਸ਼ੀ, ਸੰਪੂਰਨ ਕਰਵਾ ਲਿਆ ਹੈ। ਕਥਾ ਗੁਣ ਸਰਵਰ ਅਵਗਨ ਕੋ
ਫਾਰ ਫਰ। ਸਤਿਗੁਰੂ ਜੀ ਦੀ ਜਿਹੜੀ ਇਹ ਮੈਂ ਕਥਾ ਲਿਖੀ ਹੈ, ਕਵੀ ਜੀ ਕਹਿੰਦੇ ਕਥਾ ਗੁਣ ਸਰਵਰ। ਸਤਿਗੁਰੂ ਜੀ ਦੇ ਗੁਣਾਂ ਦਾ ਮਾਨੋ ਸਰੋਵਰ ਹੈ ਇਹ, ਗੁਣਾਂ ਦੇ ਨਾਲ ਭਰੀ ਹੋਈ ਆ। ਸਤਿਗੁਰੂ ਦੇ ਗੁਣਾਂ ਦਾ, ਸਤਿਗੁਰੂ ਦੀ ਮਹਿਮਾ ਦਾ, ਸਤਿਗੁਰੂ ਦੀ ਉਸਤਤ ਦਾ, ਸਤਿਗੁਰੂ ਦੀ ਵਡਿਆਈ ਦਾ ਹੀ ਜਗ੍ਹਾ ਜਗ੍ਹਾ ਦੇ ਉੱਤੇ ਕਥਨ ਕੀਤਾ ਹੈ। ਔਰ ਔਗਣ ਕੋ ਸਰਖਰ, ਐਸੀ ਕਵਿਤਾ ਹੈ ਗੁਣਾਂ ਦੇ ਨਾਲ ਭਰਪੂਰ ਇਹ। ਔਗਣਾਂ ਦੇ ਵਾਸਤੇ ਤਾਂ ਜਿਵੇਂ ਕਹਿੰਦੇ ਸਰਖਰ ਬਹੁਤ ਤਿੱਖਾ ਨਕੀਲਾ ਤੀਰ ਹੁੰਦਾ ਨਾ, ਔਗਣਾਂ ਨੂੰ ਤਾਂ ਇਹ ਤੀਰਾਂ ਵਾਂਗੂ, ਤਿੱਖੇ ਤੀਰਾਂ ਵਾਂਗੂ ਲੱਗਦੀ ਹੈ ਜਾ ਕੇ। ਗੁਰੂ ਸਾਰੇ ਔਰ ਨਾ ਸ਼ਰਨ ਜਾਂਤੇ ਦੀਨਿਓ। ਔਰ ਸਤਿਗੁਰੂ ਜੀ ਦੇ ਸਰ ਕਹੀਏ ਸਮਾਨ, ਸਤਿਗੁਰੂ ਜੀ ਦੇ ਸਦਰਸ਼, ਸਤਿਗੁਰੂ ਜੀ ਦੇ ਬਰਾਬਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗਾ ਹੋਰ ਕੋਈ ਗੁਰੂ ਨਹੀਂ ਹੈ ਦੁਨੀਆ ਦੇ ਵਿੱਚ। ਲੱਭ ਲਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗਾ, ਜਿਹੜੇ ਆਪ ਪ੍ਰਤੱਖ ਹਰੀ ਪਰਮਾਤਮਾ ਵਾਹਿਗੁਰੂ ਦਾ ਸਰੂਪ ਹਨ। ਭਨ ਮਥੁਰਾ ਕਛ ਭੇਦ ਨਹਿ, ਗੁਰ ਅਰਜੁਨ ਪ੍ਰਤੱਖ ਹਰ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਹਰੀ ਦਾ ਸਰੂਪ ਹਨ, ਜਿਨ੍ਹਾਂ ਵਰਗਾ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਹੈ। ਸ਼ਰਨ ਜਾਂ ਤੇ ਲੀਨਿਓ, ਇਸ ਕਰਕੇ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਲਈ ਹੈ। ਨਾਮ ਲਿਵ ਤਾਰ ਦੇ ਉਚਾਰ ਭਵ ਪਾਰ ਦੇ। ਹੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੀ ਲਿਵ ਦੇ ਵਿੱਚ ਲਾ ਲਿਓ। ਤੇ ਲਿਵ ਤਾਰ ਦੇ, ਜਿਵੇਂ ਇੱਕ ਤਾਰ ਤੇਲ ਦੀ ਧਾਰਾ ਵਹਿੰਦੀ ਹੁੰਦੀ ਹੈ ਨਾ, ਇਸ ਤਰੀਕੇ ਤੇਲ ਦੀ ਧਾਰਾ ਵੱਤ ਜਿਹੜਾ ਆਪ ਜੀ ਦਾ ਨਾਮ ਹੈ ਉਹ ਮੇਰੇ ਹਿਰਦੇ ਦੇ ਵਿੱਚ ਚੱਲਦਾ ਰਹੇ। ਤਾਰ ਦੇ ਉਧਾਰ ਪਦ ਤਾਰ ਦੇ ਪਰਵੀਨਿਓ। ਔਰ ਆਪ ਜੀ ਦੇ ਨਾਮ ਨੂੰ ਉਚਾਰਨ ਕਰਾਂ ਮੈਂ, ਆਪ ਜੀ ਮੈਨੂੰ ਭਵ ਪਾਰ ਦੇ, ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਪਤਾਰ ਤੇ ਉਧਾਰ ਪਦ ਤਾਰ ਦੇ ਪ੍ਰਵੀਨਿਓ। ਪਤਾਰ ਨਾਮ ਹੈ ਪਤਾਲ ਦਾ। ਆਪ ਜੀ ਨੇ ਮੈਨੂੰ ਡਿੱਗੇ ਹੋਏ ਨੂੰ, ਢੱਠੇ ਹੋਏ ਨੂੰ ਪਤਾਲ ਤੋਂ ਚੱਕ ਕੇ ਉਧਾਰ ਦਿੱਤਾ ਹੈ, ਮੇਰਾ ਬੇੜਾ ਪਾਰ ਕਰ ਦਿੱਤਾ ਹੈ। ਪਦ ਤਾਰ ਦੇ ਪ੍ਰਵੀਨਿਓ, ਮੈਂ ਆਪ ਜੀ ਦੇ ਸੋਹਣੇ ਜਿਹੜੇ ਤਾਰ ਦੇਣ ਵਾਲੇ ਚਰਨ ਹਨ ਉਹਨਾਂ ਦੇ ਨਾਲ ਲਿਪਟ ਗਿਆ ਹਾਂ। ਸੋ ਉਹਨਾਂ ਚਰਨਾਂ ਦੇ ਨਾਲ ਜੁੜ ਗਿਆ ਹਾਂ ਜਿਹੜੇ ਚਰਨ ਆਪ ਜੀ ਦੇ ਮੈਨੂੰ ਮੁਕਤੀ ਬਖਸ਼ਣ ਵਾਲੇ ਹਨ। ਇਕ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਮੰਗਲ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਜੀ ਦਾ ਮੰਗਲਾਚਰਨ ਉਚਾਰਦੇ ਹਨ। ਸਾਰੰਗ ਪੈ ਕਬ ਸਾਰੰਗ ਪੈ ਚੜ। ਇੱਥੇ ਕਵੀ ਜੀ ਨੇ ਹੋਰ ਬਾ ਕਮਾਲ ਲਿਖਿਆ, ਇੱਕੋ ਸਾਰੰਗ ਸ਼ਬਦ 16 ਵਾਰ ਆਵੇਗਾ ਤੇ 16 ਵਾਰੀ ਪ੍ਰਕਰਨ ਦੇ ਹਿਸਾਬ ਦੇ ਨਾਲ ਵੱਖਰੇ ਵੱਖਰੇ ਅਰਥ ਹੋਣਗੇ। ਔਰ ਸਾਰੰਗ ਸ਼ਬਦ ਜਿਹੜਾ ਸਾਡੇ ਜਿਹੜੇ ਪੰਜਾਬੀ ਦੇ ਕੋਸ਼ ਹੈ ਉਹਨਾਂ ਦੇ ਵਿੱਚ ਸਾਰੰਗ ਸ਼ਬਦ ਦੇ 70 ਤੋਂ ਵੀ ਵਧੇਕ ਅਰਥ ਲਿਖੇ ਹੋਏ ਹੈ। ਔਰ ਪ੍ਰਕਰਨ ਦੇ ਹਿਸਾਬ ਦੇ ਨਾਲ ਇਹਦਾ ਅਰਥ ਬਣਦਾ, ਜਿਸ ਪ੍ਰਕਰਨ ਦੇ ਵਿੱਚ ਉਚਾਰਿਆ ਗਿਆ ਜਥਾ ਪ੍ਰਕਰਨ ਤਥਾ ਅਰਥਾ। ਇਹ ਵਿਦਵਾਨਾਂ ਦੀ ਵਿਧੀ ਵਿਧਾਨ ਹੈ ਕਿ ਪ੍ਰਕਰਨ ਦੇ ਹਿਸਾਬ ਦੇ ਨਾਲ ਉਹਦੇ ਅਰਥ ਕੀਤੇ ਜਾਂਦੇ ਆ। ਹੁਣ ਸੁਣੋ ਧਿਆਨ ਦੇ ਨਾਲ, ਕਿਵੇਂ ਭਾਈ ਸੰਤੋਖ ਸਿੰਘ ਜੀ ਕਵੀ, ਚੂੜਾਮਣੀ ਕਵੀ, ਉਹਨਾਂ ਨੂੰ ਕਿਉਂ ਇਹ ਖਿਤਾਬ ਪੰਥ ਨੇ ਦਿੱਤਾ, ਕਿਉਂ ਉਹਨਾਂ ਦਾ ਇੰਨਾ ਮਾਣ ਸਨਮਾਨ ਹੈ। ਕੈਸੀ ਮਹਾਨ ਵਿਦਵਤਾ ਦੀ ਬਖਸ਼ਿਸ਼ ਉਹਨਾਂ ਨੇ ਸਤਿਗੁਰੂ ਪਾਸੋਂ ਪ੍ਰਾਪਤ ਕੀਤੀ ਹੋਈ ਹੈ। ਲਿਖ ਰਹੇ ਆ, ਕਹਿੰਦੇ ਸਾਰੰਗ ਪੈ ਕਬ ਸਾਰੰਗ ਪੈ ਚੜ। ਆਪਣੀ ਮੌਜ ਦੇ ਵਿੱਚ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਦੇ ਹਾਥੀ ਦੀ ਸਵਾਰੀ ਕਰਦੇ ਆ, ਸਾਰੰਗ ਨਾਮ ਹਾਥੀ ਦਾ। ਕਬ ਸਾਰੰਗ ਪੈ ਚੜ, ਤੇ ਕਦੇ ਸਾਰੰਗ ਨਾਮ ਘੋੜੇ ਦਾ। ਕਦੇ ਕਦੇ ਘੋੜ ਸਵਾਰੀ ਕਰਦੇ ਹਨ, ਕਦੇ ਹਾਥੀ ਦੀ ਸਵਾਰੀ ਕਰਦੇ ਹਨ। ਸਾਰੰਗ ਸ਼ਤਰਨ ਕੋ ਬਲ ਸਾਰੰਗ। ਇਸੇ ਤਰ੍ਹਾਂ ਸਾਰੰਗ ਸ਼ਤਰਨ ਕੋ ਬਲ ਸਾਰੰਗ। ਸਾਰੰਗ ਨਾਮ ਹੈ ਸਾਧ ਸੰਗਤ ਜੀ ਹਰਨਾਂ ਦਾ, ਤੇ ਸਾਰੰਗ ਨਾਮ ਸ਼ੇਰ ਦਾ ਵੀ ਹੈ। ਜਿਹੜੇ ਦੁਸ਼ਮਣ ਹੈ ਕਵੀ ਜੀ ਕਹਿੰਦੇ ਉਹ ਹਰਨਾਂ ਵਰਗੇ, ਮਿਰਗਾਂ ਵਰਗੇ ਹੈ। ਹਰਨਾਂ ਵੱਤ ਦੁਸ਼ਮਣਾਂ ਦੇ ਉੱਤੇ ਸਤਿਗੁਰੂ ਜੀ ਸਾਰੰਗ ਦੇ ਸਮ ਸ਼ੇਰ ਦੇ ਵੱਤ ਟੁੱਟ ਕੇ ਪੈਣ ਵਾਲੇ ਹਨ। ਸਾਰੰਗ ਜਿਉ ਜਗ ਮੈਂ ਕੁਲ ਸਾਰੰਗ। ਔਰ ਕਵੀ ਜੀ ਲਿਖਦੇ ਆ, ਸਾਰੰਗ ਨਾਮ ਦੀਵੇ ਦਾ ਵੀ ਹੈ ਤੇ ਸਾਰੰਗ ਨਾਮ ਸੂਰਜ ਦਾ ਵੀ ਹੈ। ਕਹਿੰਦੇ ਜਿਵੇਂ ਦੀਵੇ ਦਾ ਚਾਨਣਾ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਸੰਸਾਰ ਦੇ ਵਿੱਚ
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕੁਲ ਦੇ ਸ੍ਰੇਸ਼ਟ ਦੀਪਕ ਹਨ। ਸੂਰਜ ਵੱਤ ਚਮਕਦੇ ਦਮਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕੁਲ ਦੇ ਅਵਤੰਸ ਹਨ, ਸੂਰਜ ਹਨ, ਕੁਲ ਨੂੰ ਚਮਕਾਉਣ ਵਾਲੇ ਹਨ। ਸਾਰੰਗ ਨਾਮ ਕਮਲ ਦਾ ਵੀ ਹੈ। ਸਾਰੰਗ ਜੋ ਜਗ ਮੈਂ ਕੁਲ ਸਾਰੰਗ, ਜਿਵੇਂ ਸੂਰਜ ਦੀ ਧੁੱਪ ਦੇ ਨਾਲ ਕਮਲ ਖਿੜਦਾ ਹੈ, ਇਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀ ਕੁਲ ਨੂੰ ਖੇੜਾ ਬਖਸ਼ਣ ਵਾਲੇ, ਕੁਲ ਨੂੰ ਪ੍ਰਗਟ ਕਰਨ ਵਾਲੇ, ਖਾਨਦਾਨ ਦੀ ਸ਼ੋਭਾ ਨੂੰ ਉੱਚਿਆਂ ਕਰਨ ਵਾਲੇ ਸੂਰਜਵਤ ਪ੍ਰਕਾਸ਼ਵਾਨ ਹਨ। ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ। ਇਸ ਪ੍ਰਕਾਰ ਕਵੀ ਜੀ ਲਿਖਦੇ ਹਨ ਕਿ ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੰਗ ਨਾਮ ਦੀਵੇ ਦਾ ਤੇ ਸਾਰੰਗ ਨਾਮ ਅਗਨੀ ਦਾ ਵੀ ਹੈ। ਜਿਵੇਂ ਇੱਕ ਦੀਵੇ ਦੀ ਲਾਟ ਦੇ ਨਾਲ, ਦੀਵੇ ਦੀ ਰੋਸ਼ਨੀ ਦੇ ਨਾਲ ਚਾਨਣਾ ਹੁੰਦਾ ਹੈ, ਕਰ ਲਈ ਹੁਣ ਦੀਵਾ ਅਗਨੀ ਚਾਤਰਕ ਬਦਲ ਗਰੁੜ। ਪਿਆਰ ਨਾਲ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਕੁਲ ਦੇ ਜਿੱਥੇ ਅਵਤੰਸ ਹਨ, ਸੋਹਣੇ ਸੂਰਜ ਹਨ, ਖਾਨਦਾਨ ਦੀ ਸ਼ੋਭਾ ਨੂੰ ਪ੍ਰਗਟ ਕਰਨ ਵਾਲੇ ਹਨ, ਇਸੇ ਤਰ੍ਹਾਂ ਸਾਰੰਗ ਨਾਮ ਦੀਵੇ ਦਾ ਹੈ ਤੇ ਸਾਰੰਗ ਨਾਮ ਸੂਰਜ ਦਾ ਵੀ ਹੈ। ਸਾਰੰਗ ਨਾਮ ਅਗਨੀ ਦਾ ਵੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਰੂਪੀ ਦੀਵੇ ਨੂੰ ਪ੍ਰਕਾਸ਼ਣ ਵਾਸਤੇ ਅਗਨੀਵਤ ਹਨ। ਸਾਰੰਗ ਦਾਸਨ ਕੋ ਪ੍ਰੇ ਸਾਰੰਗ। ਇਸੇ ਤਰ੍ਹਾਂ ਸਾਰੰਗ ਨਾਮ ਪਪੀਹੇ ਦਾ ਵੀ ਹੈ ਤੇ ਸਾਰੰਗ ਨਾਮ ਬੱਦਲ ਦਾ ਵੀ ਹੈ। ਸਤਿਗੁਰੂ ਜੀ ਆਪਣੇ ਚਾਤਰਿਕਾਂ ਪਪੀਹਿਆਂ ਵਰਗੇ ਜਿਹੜੇ ਦਾਸ ਸੇਵਕ ਹੈ, ਸਿੱਖ ਹੈ, ਸੋ ਉਹਨਾਂ ਦੇ ਵਾਸਤੇ ਸਤਿਗੁਰੂ ਜੀ ਜਿਵੇਂ ਚਾਤਰਿਕ ਦਾ ਬੱਦਲਾਂ ਦੇ ਨਾਲ ਮੋਹ ਹੈ, ਬੱਦਲਾਂ ਦੇ ਨਾਲ ਪ੍ਰੀਤੀ ਹੈ, ਪਪੀਹੇ ਦੀ ਬੱਦਲਾਂ ਦੇ ਨਾਲ ਪ੍ਰੀਤੀ ਹੈ, ਇਸੇ ਤਰ੍ਹਾਂ ਸਿੱਖਾਂ ਰੂਪੀ ਜਿਹੜੇ ਪਪੀਹੇ ਹੈ ਉਹਨਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਰੂਪੀ ਘਨ ਗਰਜਤ ਗੁਰੂ ਗੋਬਿੰਦ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੱਦਲਵਤ ਹਨ। ਉਹਨਾਂ ਦੇ ਨਾਲ ਪ੍ਰੇਮ ਹੈ ਸਿੱਖਾਂ ਦਾ। ਸਾਰੰਗ ਦੋਸ਼ਨ ਕੋ ਸੰਸਾਰੰ। ਇਸ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਨਾਮ ਸਾਧ ਸੰਗਤ ਜੀ ਸੱਪ ਦਾ ਵੀ ਹੈ, ਸਾਰੰਗ ਨਾਮ ਗਰੁੜ ਦਾ ਵੀ ਹੈ। ਪਹਿਲੇ ਸਾਰੰਗ ਦਾ ਮਤਲਬ ਲੈਣਾ ਸੱਪ, ਦੂਸਰੇ ਸਾਰੰਗ ਦਾ ਗਰੁੜ। ਜਿਵੇਂ ਸਾਰੰਗ ਦੋਸ਼ਨ ਕੋ ਸਮਸਾਰੰਗ, ਜਿਹੜੇ ਸੱਪਾਂ ਰੂਪੀ ਦੋਸ਼ ਹੈ, ਦੋਸ਼ਾਂ ਰੂਪੀ ਸੱਪ ਹੈ, ਸਾਡੇ ਵਿੱਚ ਦੋਸ਼ ਔਗਣ ਆ ਜਾਂਦੇ ਹੈ, ਉਹਨਾਂ ਨੂੰ ਖਤਮ ਕਰਨ ਦੇ ਲਈ ਜਿਵੇਂ ਗਰੁੜ ਹੋਵੇ, ਜਿੱਥੇ ਗਰੁੜ ਪੰਛੀ ਆ ਜਾਵੇ ਉੱਥੇ ਬਾਕੀ ਪੰਛੀ ਨਹੀਂ ਠਹਿਰਦੇ, ਸੱਪ ਆਦਿਕ ਸਭ ਭੱਜ ਜਾਂਦੇ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਗਰੁੜ ਪੰਛੀ ਦੀ ਤਰ੍ਹਾਂ ਇਹਨਾਂ ਦੋਸ਼ਾਂ ਰੂਪੀ ਸੱਪਾਂ ਨੂੰ ਖਤਮ ਕਰਨ ਵਾਲੇ ਹਨ। ਸਾਰੰਗ ਪਾਨ ਭਇਓ ਨਰ ਸਾਰੰਗ। ਸਾਰੰਗ ਪਾਨ ਜੀ ਦੇ ਹੱਥ ਦੇ ਵਿੱਚ ਧਨੁੱਖ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧਨੁੱਖ ਧਾਰੀ ਹਨ, ਸ਼ਸਤਰ ਧਾਰੀ ਹਨ, ਇਸ ਕਰਕੇ ਧਨੁੱਖ ਧਾਰੀ ਸਾਰੰਗ ਪਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧਨੁੱਖ ਧਾਰੀ ਹੋਏ ਹਨ। ਔਰ ਨਰ ਸਾਰੰਗ ਜਿਹੜੇ ਮਨੁੱਖ ਹਨ, ਸਾਧ ਸੰਗਤ ਜੀ ਇਸ ਮਨੁੱਖਾ ਜੂਨੀ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਧਨੁੱਖ ਧਾਰੀ ਮਨੁੱਖ ਰੂਪ ਹੋ ਕੇ ਪੈਦਾ ਹੋਏ ਹਨ। ਸਾਰੰਗ ਸ੍ਰੀ ਹਰਗੋਬਿੰਦ ਸਾਰੰਗ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੰਗ ਨਾਮ ਹੈ, ਸਾ ਰੰਗ ਉਹੀ ਰੰਗ
ਜਾਂ ਈਸ਼ਵਰ ਰੂਪੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ। ਔਰ ਉਹੀ ਈਸ਼ਵਰ ਦਾ ਸਰੂਪ, ਉਹੀ ਰੂਪ ਰੰਗ ਲੈ ਕੇ ਇਹ ਸੰਸਾਰ ਦੇ ਵਿੱਚ ਸਾਰੰਗ ਨਾਮ ਚਾਨਣਾ ਜੋਤੀ ਪ੍ਰਕਾਸ਼ ਦਾ ਵੀ ਹੈ। ਜੋਤੀ ਰੂਪ, ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਚਾਨਣਾ ਰੂਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਸੰਸਾਰ ਦੇ ਵਿੱਚ ਆਏ ਹਨ, ਪੈਦਾ ਹੋਏ ਹਨ। ਸੋ ਸਾਰੰਗ ਸ਼ਬਦ ਆ ਜਿਹੜਾ 16 ਵਾਰੀ ਕਵੀ ਜੀ ਨੇ ਇਸ ਸਵਈਏ ਵਿੱਚ ਵਰਤਿਆ, ਹਰ ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਅਰਥਾਂ ਵਿੱਚ। ਵਿਦਵਤਾ ਦਾ ਕਮਾਲ ਦਿਖਾਇਆ ਹੈ ਕਵੀ ਸੰਤੋਖ ਸਿੰਘ ਜੀ ਨੇ। ਸਾਰੰਗ ਸ਼ਬਦ ਦੇ ਹੋਰ ਵੀ ਬਹੁਤ ਸਾਰੇ ਅਰਥ ਕੋਸ਼ਾਂ ਦੇ ਵਿੱਚ ਕੋਸ਼ਕਾਰਾਂ ਨੇ ਲਿਖੇ ਆ। 70 ਤੋਂ ਵਧੇਕ ਅਰਥ ਸਾਧ ਸੰਗਤ ਜੀ ਸਾਰੰਗ ਦੇ ਕੋਸ਼ਾਂ ਦੇ ਵਿੱਚ ਆਏ ਆ। ਸਾਰੰਗ ਨਾਮ ਕੋਇਲ ਦਾ ਹੈ, ਬਾਜ, ਹੰਸ, ਮੋਰ, ਛਤਰ, ਸੋਨਾ, ਗਹਿਣਾ, ਤਾਲ, ਭੌਰਾ, ਕਪੂਰ, ਲਵਾ ਪੰਖੀ, ਚੰਦਰਮਾ, ਸਮੁੰਦਰ, ਪਾਣੀ, ਤੀਰ, ਪਪੀਹਾ, ਸ਼ਿਵ, ਕ੍ਰਿਸ਼ਨ, ਚੰਦਨ, ਪ੍ਰਿਥਵੀ, ਮੋਤੀ, ਚਮਕ, ਸ਼ੋਭਾ, ਇਸਤਰੀ, ਰਾਤ ਦਿਨ, ਤਲਵਾਰ, ਕਬੂਤਰ ਇੱਕ ਪ੍ਰਕਾਰ ਦੇ ਛੰਦ ਦਾ ਨਾਂ ਵੀ ਹੈ। ਇਸੇ ਤਰ੍ਹਾਂ ਥਣ, ਹੱਥ, ਕਾਂ, ਨਛੱਤਰ, ਮਮੋਲਾ, ਡੱਡੂ, ਹਲ, ਆਕਾਸ਼, ਪੰਛੀ, ਚਿੜੀ, ਕੱਪੜਾ, ਕਾਮ, ਕੱਜਲ, ਬਿਜਲੀ, ਫੁੱਲ। ਇੱਕ ਰਾਗ ਦਾ ਨਾਮ ਵੀ ਸਾਰੰਗ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਰੰਗ ਰਾਗ ਆਉਂਦਾ ਹੈ। ਇਸੇ ਪ੍ਰਕਾਰ ਡਿੰਗਲ ਭਾਸ਼ਾ ਦੇ ਵਿੱਚ ਸਾਰੰਗ ਪਦ ਦੇ ਹੋਰ ਵੀ ਅਰਥ ਮਿਲਦੇ ਹਨ। ਵੀਣਾ, ਮੋਤੀ, ਕੱਚ, ਸ਼ਬਦ, ਤੋਤਾ, ਬੱਜਰ, ਨਾਰੀਅਲ, ਕੇਸਰ, ਪਰਬਤ, ਗਰੁੜ ਆਦਿਕ ਜਿਹੜੇ ਆ 70 ਤੋਂ ਜ਼ਿਆਦਾ ਅਰਥ ਜਿਹੜੇ ਉਹ ਸਾਰੰਗ ਸ਼ਬਦ ਦੇ ਆ। ਪਰ ਜਥਾ ਪ੍ਰਕਰਨ ਤਥਾ ਅਰਥਾ, ਜਿਸ ਪ੍ਰਕਾਰ ਦਾ ਪ੍ਰਕਰਨ ਚੱਲਦਾ ਹੋਵੇ ਉਸ ਹਿਸਾਬ ਦੇ ਨਾਲ ਵਿਦਵਾਨ ਲੋਕ ਇਹਨਾਂ ਦੇ ਅਰਥ ਕਰ ਲੈਂਦੇ ਹਨ। ਅੱਗੇ ਕਵੀ ਜੀ ਉਚਾਰਦੇ ਹਨ। ਗੁਰੂ ਸ੍ਰੀ ਗੁਰੂ ਹਰਿ ਰਾਏ ਜੀ ਮੰਗਲ। ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਮੰਗਲਾਚਰਨ ਉਚਾਰਦੇ ਹਨ ਕਵੀ ਸੰਤੋਖ ਸਿੰਘ। ਭਵ ਪਾਵਕ ਸਿੰਧ ਅਗਾਧ ਜਿਨੋ। ਭਵ ਪਾਵਕ ਸਿੰਧ ਅਗਾਧ ਜਿਨੋ, ਜਿਹੜਾ ਇਹ ਭਵ ਸਾਗਰ ਸਮੁੰਦਰ ਅਗਨ ਦਾ ਸਾਗਰ ਹੈ ਇਹ ਸੰਸਾਰ। ਸ਼ਰਨਾ ਸਰਨਾ ਤਰਨਾ ਤਰਨਾ। ਜਿਹੜੇ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਆ ਉਹਨਾਂ ਦਾ ਤਰਨਾ ਹੋ ਗਿਆ, ਉਹ ਤਰ ਗਏ। ਤੇ ਜਿਹੜੇ ਜਿਹੜੇ ਸ਼ਰਨ ਦੇ ਵਿੱਚ ਨਹੀਂ ਆਏ ਉਹਨਾਂ ਵਾਸਤੇ ਤਾਰਨਾ, ਫਿਰ ਉਹ ਤਰੇ ਨਹੀਂ ਹਨ। ਉਹ ਇਸ ਜਿਹੜੇ ਅਗਨੀ ਸਾਗਰ ਦੇ ਵਿੱਚ ਹੀ ਸੜ ਬਲ ਗਏ ਹਨ। ਉਹ ਫਿਰ ਜਿਹੜੇ ਮਾੜੇ ਕਰਮ ਵਾਲੇ ਆ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਪਰ ਐਸ਼ਵਰਜ ਹੇਰ ਹਿਰਦੇ ਜਰਨਾ। ਉਹ ਕੀ ਕਰਦੇ ਆ? ਦੂਜਿਆਂ ਦੇ ਪਦਾਰਥਾਂ ਨੂੰ, ਦੂਜਿਆਂ ਦੇ ਸਾਜੋ ਸਮਾਨ ਨੂੰ ਦੇਖ ਕੇ ਨਾ, ਦੂਜਿਆਂ ਦੀ ਚੜ੍ਹਾਈ ਨੂੰ ਦੇਖ ਕੇ ਹਿਰਦੇ ਦੇ ਵਿੱਚ ਉਹ ਜਰਨਾ ਕਹੀਏ ਜਲਦੇ ਰਹਿੰਦੇ ਆ, ਬਲਦੇ ਰਹਿੰਦੇ ਆ, ਸੜਦੇ ਰਹਿੰਦੇ ਹਨ ਈਰਖਾ ਦੀ ਅੱਗ ਵਿੱਚ। ਜਾਂ ਫਿਰ ਆਪਣੇ ਬਲ ਦੇ ਹੰਕਾਰ ਦੇ ਵਿੱਚ ਹੀ ਉਹ ਜਲਦੇ ਰਹਿੰਦੇ ਆ। ਆਪਣੇ ਬਲ ਦੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਬਲਕਾਰ ਜਾਣ ਕੇ ਉਹ ਜਰ ਨਹੀਂ ਸਕਦੇ, ਬਲਕਿ ਜਰ ਨਾ ਉਹਨਾਂ ਦੀ ਜੜ ਨਹੀਂ ਰਹਿੰਦੀ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਪ੍ਰਭੂ ਦਾ ਸਰੂਪ ਹਨ, ਸਮ ਕੇਹਰ ਕੇ। ਜਿਵੇਂ ਕੇਰੀ ਸ਼ੇਰ ਹੁੰਦਾ, ਉਹ ਆ ਕੇ ਟੁੱਟ ਕੇ ਪੈ ਜਾਂਦਾ, ਹਰਨਾਂ ਨੂੰ ਭਜਾ ਦਿੰਦਾ ਨਾ ਜੰਗਲ ਦੇ ਵਿੱਚ। ਇਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਕੇਰੀ ਸ਼ੇਰ ਦੇ ਸਮਾਨ ਹਨ। ਆਪਣੇ ਸੇਵਕਾਂ ਦੇ, ਸਿੱਖਾਂ ਦੇ ਜਿਹੜੇ ਸਤਿਗੁਰੂ ਦੀ ਸ਼ਰਨ ਪੈ ਗਏ ਉਹਨਾਂ ਦੇ ਜਿਹੜੇ ਹਰਨਾ ਰੂਪੀ, ਮਿਰਗਾ ਰੂਪੀ ਦੋਸ਼ ਹੈ ਨਾ, ਉਹਨਾਂ ਨੂੰ ਹਰਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਤਮ ਕਰਨਾ ਕੀਤਾ, ਜਾਂ ਹਰਨਾ ਕਹੀਏ ਭਜਾ ਦਿੱਤਾ ਹੈ। ਜਿਹੜਾ ਕੱਲਾ ਕਹਿਣ ਮਾਤਰੀ ਹੈ, ਕਥਨੀ ਮਾਤਰੀ ਹੈ, ਕਹਿਣਾ ਹੀ ਹੈ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੰਨ ਸਿੰਘ ਭਾਈ ਸੰਤੋਖ ਸਿੰਘ ਜੀ ਕਹਿੰਦੇ ਕੱਲਾ ਕਹਿਣਾ ਨਾ, ਜਿਹੜਾ ਕਥਨੀ ਹੈ, ਕੱਲੀ ਕਰਨੀ ਨਹੀਂ ਹੈ ਨਾਲ। ਉਹ ਤਾਂ ਕਹਿੰਦੇ ਜਿਵੇਂ ਕਹਿਣੇ ਦਾ ਫੁੱਲ, ਕਹਿਣਾ ਨਾਮ ਹੈ ਮੱਕੜੀ ਦਾ। ਜਿਵੇਂ ਮੱਕੜੀ ਨੇ ਉਹ ਫੁੱਲ ਜਾਂ ਨਹੀਂ ਬਣਾਇਆ ਹੁੰਦਾ, ਜਾਲਾ ਜਾਂ ਬੁਣਿਆ ਹੁੰਦਾ, ਉਹ ਦੇਖਣ ਨੂੰ ਤਾਂ ਲੱਗਦਾ ਫੁੱਲ ਹੈ, ਪਰ ਉਹਦੇ ਵਿੱਚ ਨਾ ਕੋਈ ਸੁਗੰਧੀ ਹੁੰਦੀ ਹੈ ਤੇ ਨਾ ਹੀ ਕੋਈ ਸਾਧ ਸੰਗਤ ਜੀ ਉਹ ਫੁੱਲ ਵਰਗੀ ਉਹਦੇ ਵਿੱਚ ਕੋਈ ਹੋਰ ਕੁਆਲਿਟੀ ਹੁੰਦੀ ਹੈ। ਗੁਰੂ ਕਰਨਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਨਾ ਜੋ ਉਹਨਾਂ ਦੀ ਕਰਨੀ ਹੈ, ਜੋ ਉਹਨਾਂ ਦਾ ਕਰਤੱਵ ਹੈ, ਗੁਰੂ ਮਿਹਰ ਦੇ ਨਾਲ
ਉਹ ਸਾਧ ਸੰਗਤ ਜੀ ਕਰਨਾ ਨਾਮ ਸੰਤਰੇ ਦਾ ਵੀ ਹੈ। ਜਿਵੇਂ ਸੰਤਰੇ ਦਾ ਫੁੱਲ ਹੁੰਦਾ ਹੈ ਤੇ ਆਪ ਜੀ ਨੂੰ ਪਤਾ ਹੈ, ਸੰਤਰੇ ਦਾ ਬੂਟਾ ਹੋਵੇ ਉਹਦੇ ਜਿਹੜੇ ਫੁੱਲ ਲੱਗਦੇ ਆ ਨਾ ਬੜੇ ਖੁਸ਼ਬੂਦਾਰ ਹੁੰਦੇ ਆ। ਗਲਗਲਾਂ ਦੇ, ਖੱਟੀਆਂ ਦੇ, ਸੰਤਰੇ ਦੇ, ਜਿੰਨੇ ਵੀ ਇਹ ਬੂਟੇ ਆ ਇਹਨਾਂ ਦੇ ਜਿਹੜੇ ਫੁੱਲ ਲੱਗਦੇ ਆ ਨਾ ਬਹੁਤ ਖੁਸ਼ਬੂਦਾਰ ਹੁੰਦੇ ਆ। ਇਸ ਕਰਕੇ ਕਵੀ ਜੀ ਕਹਿੰਦੇ ਜਿਹੜਾ ਕੱਲਾ ਕਥਨ ਮਾਤਰ ਹੈ, ਕਹਿਣਾ ਹੀ ਕਹਿਣਾ ਹੈ, ਉਹ ਤਾਂ ਮੱਕੜੀ ਦੇ ਬੁਣੇ ਹੋਏ ਫੁੱਲ ਵਰਗਾ, ਮੱਕੜੀ ਦੇ ਬੁਣੇ ਹੋਏ ਜਾਲੇ ਵਰਗਾ, ਉਹ 'ਚ ਸੁਗੰਧੀ ਨਹੀਂ ਹੈ, ਕੋਈ ਵਿਅਰਥ ਹੈ, ਉਹਦਾ ਫਾਇਦਾ ਕੋਈ ਨਹੀਂ ਹੈ। ਕੱਲਾ ਕਹਿਣਾ ਹੀ ਕਹਿਣਾ, ਜਿਹੜਾ ਡੋਰੇ ਦੇ ਜਾਲੇ ਵਾਤਾ ਉਹ। ਪਰ ਜਿਹੜਾ ਕਰਨਾ ਹੈ, ਅਸਲ ਕਰਨੀ ਵੀ ਹੋਵੇ, ਕਰਤੱਵ ਵੀ ਹੋਵੇ, ਉਹ ਗੁਰੂ ਮਿਹਰ ਦੇ ਨਾਲ ਉਹ ਸੰਤਰੇ ਦੇ ਫੁੱਲਾਂ ਸਮਾਨ ਸੁੰਦਰ ਅਤੇ ਸੁਗੰਧਿਤ ਹੁੰਦਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮੰਗਲ। 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਲਾ ਪ੍ਰੀਤਮ ਜੀ ਦਾ ਮੰਗਲਾਚਰਨ ਉਚਾਰਦੇ ਹਨ। ਚੌਪਈ ਕ੍ਰਿਸ਼ਨ ਵਰਤਮਾ ਗੁਰ ਹਰਿਕ੍ਰਿਸ਼ਨ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਕ੍ਰਿਸ਼ਨ ਵਰਤਮਾ ਨਾਮ ਹੈ ਅਗਨੀ ਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅਗਨੀ ਦੇ ਵਤ ਹਨ। ਤਾਨਨ ਕਲ ਕੇ ਕਲਮਲ ਕ੍ਰਿਸ਼ਨ। ਜਿਵੇਂ ਜੰਗਲ ਦੇ ਵਿੱਚ ਬੂਟਿਆਂ ਨੂੰ, ਜੰਗਲ ਦੇ ਦਰਖਤਾਂ ਨੂੰ ਅਗਨੀ ਜਿਹੜੀ ਹੈ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਜਿਹੜੇ ਕਲਮਲ ਹੈ, ਪਾਪ ਹਨ ਵੱਡੇ ਵੱਡੇ, ਉਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅਗਨੀਵਤ ਹੋ ਕੇ ਨਾਸ਼ ਕਰਨ ਵਾਲੇ ਹਨ। ਨਾਮ ਸਰੂਪ ਵਿਸ਼ਨ ਹਰਿਕ੍ਰਿਸ਼ਨ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਆਪਾਂ ਨਾਮ ਲੈਂਦੇ ਹਾਂ ਉਹ ਵਿਸ਼ਨੂੰ ਦਾ, ਵਾਹਿਗੁਰੂ ਦਾ ਹੀ ਸਰੂਪ ਹਨ। ਸਿਮਰ ਬੰਧੋ ਹੋਇ ਕਬ ਕ੍ਰਿਸ਼ਨ। ਜਿਹੜਾ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਸਿਮਰਦਾ ਹੈ, ਉਹਨਾਂ ਨੂੰ ਧਿਆਉਂਦਾ ਹੈ, ਵੰਦਨਾ ਕਰਦਾ ਹੈ, ਹੋਇ ਕਬ ਕ੍ਰਿਸ਼ਨਾ, ਉਹਦੇ ਵਿੱਚ ਕਦੇ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ, ਕੋਈ ਘਾਟ ਨਹੀਂ ਆਉਂਦੀ, ਨਿਊਨਤਾਈ ਨਹੀਂ ਆਉਂਦੀ। ਕ੍ਰਿਸ਼ਨ ਗੁਣਨ ਗਨ ਮਨੋ ਕ੍ਰਿਸ਼ਾਨ। ਕ੍ਰਿਸ਼ਨ ਨਾਮ ਖੇਤੀ ਦਾ ਵੀ ਹੈ, ਕ੍ਰਿਖੀ ਖੇਤੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਵਾਸਤੇ, ਸਿੱਖਾਂ ਦੇ ਮਨਾਂ ਵਿੱਚ ਨਾਮ ਰੂਪੀ ਬੀਜ ਬੀਜਣ ਵਾਸਤੇ ਇੱਕ ਕਿਰਸਾਨ ਦੀ ਤਰ੍ਹਾਂ ਹਨ। ਬੰਦਨ ਬੰਸਨ ਬਿਪਨ ਕ੍ਰਿਸ਼ਾਨ। ਔਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪਣੇ ਜਿਹੜੇ ਸਿੱਖ ਸੇਵਕ ਹੈ, ਸੋ ਉਹਨਾਂ ਦੇ ਬੰਧਨਾਂ ਨੂੰ ਜਿਵੇਂ ਅਗਨ ਸਾਧ ਸੰਗਤ ਸਭ ਕਾਸੇ ਨੂੰ ਭਸਮੀਭੂਤ ਕਰ ਦਿੰਦੀ ਹੈ, ਇਸ ਤਰ੍ਹਾਂ ਸਭ ਪ੍ਰਕਾਰ ਦੇ ਬੰਧਨਾਂ ਨੂੰ ਜਾਲਣ ਵਾਲੇ, ਖਤਮ ਕਰਨ ਵਾਲੇ ਹਨ। ਜਿਨ ਕੇ ਪੂਜਕ ਰੇਤ ਕ੍ਰਿਸ਼ਾਨ। ਹਾਂ, ਰੇਤ ਕਿਰਸਾਨ ਨਾਮ ਸ਼ਿਵ ਜੀ ਦਾ ਹੈ, ਜਿਨ੍ਹਾਂ ਨੂੰ ਸ਼ਿਵ ਜੀ ਵਰਗੇ ਦੇਵਤੇ ਵੀ ਪੂਜਨ ਕਰਦੇ ਹਨ। ਸੋ ਸਰੂਪ ਸਰਗੁਰ ਭਗਵਾਨ। ਸੋ ਉਹ ਭਗਵਾਨ ਦਾ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ। ਗੁਰੂ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ। ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ। ਹਰ ਪ੍ਰਕਾਰ ਦੇ ਦੁੱਖਾਂ ਦਲਿੱਦਰਾਂ ਨੂੰ ਦੂਰ ਕਰਨ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਮੰਗਲ। 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ੁਭ ਮੰਗਲਾਚਰਨ ਉਚਾਰਦੇ ਹੋਏ ਕਵੀ ਜੀ ਲਿਖਦੇ ਹਨ। ਸਿੱਖ ਵਿਕਾਰ ਪ੍ਰਹਰਨ ਬਹਾਦਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਸਿੱਖਾਂ ਦੇ ਵਿਕਾਰਾਂ ਨੂੰ ਦੂਰ ਕਰਨ ਵਾਸਤੇ ਬੜੇ ਬਹਾਦਰੀ ਵਾਲੇ ਸੂਰਮੇ ਹਨ। ਜਿਸ ਕਰਨਾ ਸਭ ਥਾਨ ਬਹਾਦਰ। ਜਿਸ ਸਤਿਗੁਰੂ ਦੀ ਕਰੁਣਾ ਕਹੀਏ, ਕਿਰਪਾ ਦੇ ਕਰਕੇ ਸਭ ਥਾਨ ਬਹਾਦਰ, ਸਭ ਜਗ੍ਹਾ ਦੇ ਉੱਤੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਮਹਾਨ ਆਦਰ, ਮਹਾਨ ਹੀ ਮਾਨ ਸਨਮਾਨ ਪ੍ਰਾਪਤ ਕਰੀਦਾ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਵੀ ਕੋਈ ਹਿਰਦੇ ਤੋਂ ਸਿਮਰਦਾ ਹੈ, ਹਿਰਦੇ ਤੋਂ ਯਾਦ ਕਰਦਾ ਹੈ, ਜਤ ਕਤ ਹਾਦਰ, ਉੱਥੇ ਹੀ ਜਿੱਥੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਜ਼ਰ ਹੁੰਦੇ ਆ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਸਭ ਥਾਈ, ਸਭ ਦੇ ਵਿੱਚ ਸਾਧ ਸੰਗਤ ਹਰ ਜਗ੍ਹਾ ਹੀ ਆ ਜਾਂਦੀ ਹੈ। ਯੂਨੀਵਰਸਲ ਸ਼ਬਦ ਹੈ ਸਭ ਜਗ੍ਹਾ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਜਿੱਥੇ ਕਿਤੇ ਕੋਈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹੀਏ ਤੇ ਸਿਮਰਤ ਦਿਲੋਂ ਯਾਦ ਕਰਦਾ ਹੈ, ਦਿਲੋਂ ਚੇਤੇ ਕਰਦਾ ਹੈ, ਜਤ ਕਤ ਹਾਜ਼ਰ, ਜਿੱਥੇ ਕਿਤੇ ਸਤਿਗੁਰੂ ਜੀ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ। ਨਮੋ ਨਮੋ ਸ੍ਰੀ ਤੇਗ ਬਹਾਦਰ। ਨਮਸਕਾਰ ਹੈ, ਬਾਰ-ਬਾਰ ਨਮਸਕਾਰ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ। ਦਸਮੇਸ਼ ਪਿਤਾ ਸਰਬੰਸ ਦਾਨੀ ਸਾਹਿਬੇ ਕਮਾਲ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਗਲਾਚਰਨ ਉਚਾਰਦੇ ਹਨ। ਸਵਈਆ ਬਾਰਿ ਜੀ ਜਸ ਉਜਰ ਕੀ। ਬਾਰੀ ਨਾਮ ਸਾਧ ਸੰਗਤ ਜੀ ਬਗੀਚੀ ਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਜਲ ਜਸ ਦੀ ਐਸੀ ਬਗੀਚੀ, ਉਜਲ ਮਹਿਮਾ ਦਾ ਐਸਾ ਬਾਗ ਲਾਇਆ ਹੈ ਜਿਹਦੇ ਵਿੱਚ ਸਦਾ ਹੀ ਸੁੱਖਾਂ ਨੂੰ ਦੇਣ ਵਾਲੇ ਜਿਹੜੇ ਫੁੱਲ ਵਿਕਸਦੇ ਹਨ, ਸੁੱਖਾਂ ਨੂੰ ਦੇਣ ਵਾਲੇ, ਖੁਸ਼ੀ ਨੂੰ ਦੇਣ ਵਾਲੇ, ਪ੍ਰਸੰਨਤਾ ਨੂੰ ਦੇਣ ਵਾਲੇ ਫੁੱਲ ਖਿੜਦੇ ਹਨ। ਬਾਰੀ ਬਾਰੀ ਰਟੇ ਜਿਸ ਨਾਮ। ਔਰ ਬਾਰ-ਬਾਰ ਜਿਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਦਾ ਰਟਨ ਕੀਤਿਆਂ, ਨਾਮ ਨੂੰ ਜਪਦਿਆਂ ਹੋਇਆਂ, ਉਧਾਰਤ ਹੈ ਜਗ ਸੇ ਨਿਪ ਬਾਰੀ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਸਾਗਰ ਤੋਂ ਆਪਣੇ ਉਸ ਸਿੱਖ ਨੂੰ ਬਿਨਾਂ ਕਿਸੇ ਬਾਰੀ, ਬਿਨਾਂ ਕਿਸੇ ਦੇਰੀ ਤੋਂ ਉਧਾਰ ਦਿੰਦੇ ਹਨ, ਪਾਰ ਕਰ ਦਿੰਦੇ ਹਨ। ਬਾਰੀ ਗੁਰੂ ਪਰ ਪੰਥ ਸ਼ੁਰੂ ਕੀਏ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਰੀ ਬਹੁਤ ਜਲਦੀ ਹੀ ਬਾਰੀ ਗੁਰੂ ਪਰ ਪੰਥ ਸ਼ੁਰੂ ਕੀਏ। ਮੈਂ ਬਾਰੀ ਜਾਂਦਾ ਹਾਂ, ਬਲਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ, ਜਿਨ੍ਹਾਂ ਨੇ ਖਾਲਸਾ ਪੰਥ ਸ਼ੁਰੂ ਕੀਤਾ, ਪ੍ਰਗਟ ਕੀਤਾ ਹੈ। ਸ਼ਰਣੀ ਕਰੀਏ ਨਾ ਅਬਾਰੀ। ਇਸ ਕਰਕੇ ਹੇ ਮੇਰੇ ਮਨਾ, ਤੂੰ ਬਾਰੀ ਨਾ ਕਰ, ਤੂੰ ਦੇਰੀ ਨਾ ਕਰ, ਸਤਿਗੁਰ ਸੱਚੇ ਪਾਤਸ਼ਾਹ ਦੀ ਝੱਟ ਹੀ ਸ਼ਰਨ ਦੇ ਵਿੱਚ ਪੈ ਜਾ। ਬਾਰੀ ਬਚਨ ਹਰੇ ਬਲ ਪਾਪਨ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਦਾਤੇ ਹਨ, ਉਹਨਾਂ ਦੇ ਬਚਨਾਂ ਰੂਪੀ ਜਲ ਹੈ ਜਿਹੜਾ ਉਹ ਪਾਪਾਂ ਰੂਪੀ ਮੈਲ ਨੂੰ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਜਿਹੜੇ ਸਿੱਖ ਆ ਨਾ, ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਪਰ ਵਾਰੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਰ ਵਾਰ ਕੇ ਘੇਰਾ ਪਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ, ਸੰਗਤ ਵਿੱਚ ਬਹਿ ਕੇ ਗੁਰੂ ਕੇ ਬਚਨਾਂ ਨੂੰ ਸਿੱਖ ਸੁਣਦੇ ਹਨ। ਅੱਗੇ ਦਸਾਂ ਪਾਤਸ਼ਾਹੀਆਂ ਦਾ ਮੰਗਲ ਕਵੀ ਜੀ ਇੱਕੋ ਜਗ੍ਹਾ ਉਚਾਰਦੇ ਹਨ। ਬਾਵਨ ਹੋਵੇ ਬਲ ਰਾਏ ਬੰਦਿਓ। ਜਿਵੇਂ ਕਹਿੰਦੇ ਪਹਿਲਾਂ 52 ਰੂਪ ਹੋ ਕੇ ਬਲ ਰਾਜੇ ਨੂੰ ਆਪਣੇ ਬਲ ਦੇ ਨਾਲ, ਆਪਣੇ ਬਚਨਾਂ ਦੇ ਨਾਲ ਬੰਨ੍ਹਿਆ ਸੀ। ਬਲ ਬਾਲ ਬੰਦਿਓ ਪੁਨ ਭੇ ਨਰ ਸਿੰਘ। ਇਸੇ ਤਰ੍ਹਾਂ ਬਲੀ ਨੂੰ ਵੀ, ਜਿਹੜਾ ਬਾਲੀ ਸੀ, ਉਹਨੂੰ ਵੀ ਆਪਣੇ ਬਲ ਦੇ ਨਾਲ ਭਗਵਾਨ ਨੇ ਬੰਨ੍ਹ ਲਿਆ ਸੀ। ਔਰ ਉਸ ਤੋਂ ਬਾਅਦ ਨਰਸਿੰਘ ਅਵਤਾਰ ਹੋਏ। ਇਸੇ ਤਰ੍ਹਾਂ ਜਦੋਂ ਸਮੁੰਦਰ ਰਿੜਕਿਆ ਗਿਆ ਤੇ ਉਹ ਪਰਬਤ ਦੇ ਨਾਲ, ਵਿੰਧਿਆਚਲ ਪਰਬਤ ਜਿਹੜਾ ਰੁਕਦਾ ਨਹੀਂ ਸੀ, ਖੜਦਾ ਨਹੀਂ ਸੀ, ਜਦੋਂ ਉਹਦਾ ਸਾਧ ਸੰਗਤ ਜੀ ਸਮੁੰਦਰ ਦਾ ਮਥਨ ਕੀਤਾ ਤੇ ਉਸ ਵੇਲੇ ਭਗਵਾਨ ਜੀ ਕੱਛੂ ਕੁੰਮੇ ਦਾ ਰੂਪ ਹੋ ਕੇ, ਕੱਛ ਅਵਤਾਰ ਹੋ ਕੇ ਉਹ ਪਰਬਤ ਦੇ ਹੇਠਾਂ ਟਿਕੇ ਸਨ। ਇਸੇ ਤਰ੍ਹਾਂ ਮੱਛ ਅਵਤਾਰ ਹੋਏ ਹੈ, ਬਰਾਹ ਕਹੀਏ ਸੂਰ ਅਵਤਾਰ ਬਣੇ ਹਨ। ਮ੍ਰਿਗ ਰਾਖਸ਼ ਤੈਤ ਹਤੇ ਜਮ ਸਿੰਘ। ਔਰ ਮ੍ਰਿਗਾਂ, ਜਿਹੜੇ ਰਾਖਸ਼ ਹੈ, ਮਿਰਗਾਂ ਵਰਗੇ, ਸੋ ਉਹਨਾਂ ਨੂੰ ਸਿੰਘ ਰੂਪ ਹੋ ਕੇ, ਸ਼ੇਰ ਰੂਪ ਹੋ ਕੇ ਜਿਵੇਂ ਹਤਿਆ ਖਤਮ ਕੀਤਾ ਹੈ। ਰਾਮ ਭਏ ਤਿਜ ਰਾਮ ਭਏ। ਇਸੇ ਤਰ੍ਹਾਂ ਹੀ ਕਦੇ ਰਾਮਚੰਦਰ ਰੂਪ ਹੋਏ ਹਨ, ਫਿਰ ਦਿਜ ਰਾਮ ਪਰਸੁਰਾਮ ਦਾ ਰੂਪ ਹੋਏ ਹਨ। ਘਨ ਸ਼ਿਆਮ ਭਏ ਤਰ ਮੈਂ ਨਰ ਸਿੰਘ। ਇਸੇ ਤਰ੍ਹਾਂ ਫਿਰ ਕ੍ਰਿਸ਼ਨ ਰੂਪ ਦੇ ਵਿੱਚ ਧਰਤੀ ਤੇ ਆਏ ਹਨ ਤੇ ਨਰਾਂ ਵਿੱਚੋਂ ਸਿੰਘ ਰੂਪ, ਸ਼ੇਰ ਰੂਪ ਪ੍ਰਗਟ ਹੋਏ ਹਨ। ਸੋ ਕਲ ਮੈਂ ਗੁਰੂ ਨਾਨਕ ਰੂਪ। ਜਿਵੇਂ ਇਹ ਵਿਸ਼ਨੂੰ ਜੀ ਦੇ ਵੱਖਰੇ ਵੱਖਰੇ ਅਵਤਾਰ ਹੋਏ ਹਨ, ਉਹ ਤਾਂ ਵਿਸ਼ਨੂੰ ਅਵਤਾਰ ਹੈ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਆਪ ਗੁਰੂ ਨਾਨਕ ਸਰੂਪ ਵਿੱਚ ਆਇਆ ਹੈ। ਦਸੋ ਤਨ ਤੇ ਲਗ ਗੋਬਿੰਦ ਸਿੰਘ। ਔਰ 10 ਰੂਪਾਂ ਵਿੱਚ ਇਹ ਜੋਤ ਵਰਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ। ਚੌਪਰੀ ਦਸੋਂ ਗੁਰਨ ਕੀ ਕਰਨਾ ਪਾਈ। ਕਵੀ ਜੀ ਅੱਗੇ ਹੁਣ ਆਪਣੇ ਗ੍ਰੰਥ ਬਾਰੇ ਦੱਸਦੇ ਹੈ। ਮੇਰੇ ਗ੍ਰੰਥ ਦੇ ਵਿੱਚ ਕੀ ਕੁਝ ਮੈਟਰ ਹੈ, ਕੀ ਕੰਟੈਂਟ ਮੈਂ ਇਹਦੇ ਵਿੱਚ ਦਿੱਤਾ, ਉਹ ਕਵੀ ਜੀ ਦੱਸ ਰਹੇ ਹੈ ਕਿ ਮੈਂ ਇਹ ਗ੍ਰੰਥ ਦੀ ਸੰਪੂਰਨਤਾ ਕਿਵੇਂ ਕੀਤੀ। 14 ਜਿਲਦਾਂ ਦੀ 22 ਭਾਗਾਂ ਦੀ ਇੰਨਾ ਵੱਡਾ ਗ੍ਰੰਥ ਕਿਵੇਂ ਰਚਿਆ। ਇਹ ਨਹੀਂ ਕਹਿ ਰਹੇ ਕਿ ਮੈਂ ਆਪਣੀ ਵਿਦਵਤਾ ਦੇ ਜ਼ੋਰ ਨਾਲ ਰਚ ਦਿੱਤਾ, ਜਾਂ ਮੈਨੂੰ ਪਿੰਗਲ ਦਾ ਬੜਾ ਗਿਆਨ ਸੀ, ਮੈਨੂੰ ਕਵਿਤਾ ਬੜੀ ਸੋਹਣੀ ਲਿਖਣੀ ਆਉਂਦੀ ਸੀ, ਇਸ ਕਰਕੇ ਮੈਂ ਐਡਾ ਵੱਡਾ ਗ੍ਰੰਥ ਲਿਖ ਦਿੱਤਾ। ਕਵੀ ਜੀ ਕਹਿੰਦੇ ਦਸੋਂ ਗੁਰਨ ਕੀ ਕਰੁਣਾ ਪਾਏ।
ਮੈਂ ਦਸੇ ਗੁਰੂਆਂ ਦੀ ਕਿਰਪਾ ਨੂੰ ਪ੍ਰਾਪਤ ਕਰਕੇ ਦਸੋਂ ਗੁਰਾਂ ਕੀ ਕਥਾ ਬਣਾਈ। ਫਿਰ ਦਸੇ ਗੁਰੂ ਸਾਹਿਬਾਨ ਦੀ ਇਹ ਜਿਹੜੀ ਇਹ ਕਥਾ ਬਣਾਈ ਹੈ, ਕਥਾ ਰਚੀ ਹੈ। ਗੁਣ ਧਰ ਪਰ ਧਰ ਸਿਰ ਕੇ ਬਾਰ-ਬਾਰ ਧਰਤੀ ਦੇ ਉੱਤੇ ਆਪਣੇ ਸਿਰ ਨੂੰ ਰੱਖ ਕੇ ਬੰਦਨ ਕਰੋ ਪ੍ਰੇਮ ਕਰ ਗੁਰ ਕੋ। ਇਸ ਕਰਕੇ ਮੈਂ ਦਸੇ ਪਾਤਸ਼ਾਹੀਆਂ ਨੂੰ ਬੰਦਨਾ ਕਰਦਾ, ਬੜੇ ਪ੍ਰੇਮ ਨੂੰ ਹਿਰਦੇ ਵਿੱਚ ਧਾਰਨ ਕਰਕੇ। ਪੁਰਬਾਰਦ ਉਤਰਾਰਦ ਦੋਏ। ਹੁਣ ਦੱਸਦੇ ਆ, ਸਾਰੇ ਗ੍ਰੰਥ ਬਾਰੇ ਦੱਸਦੇ ਆ ਵੀ ਇਹਦੇ ਭਾਗ ਕਿਹੜੇ ਕਿਹੜੇ ਐ। ਕਹਿੰਦੇ ਪੂਰਬਾਰਧ ਤੇ ਉਤਰਾਰਧ, ਇਹ ਪਹਿਲੇ ਦੋ ਭਾਗ ਹਨ ਨਾਨਕ ਪ੍ਰਕਾਸ਼ ਦੇ। ਕਥਾ ਬਣੀ ਗੁਰੂ ਨਾਨਕ ਸੋਈ। ਜਿਨ੍ਹਾਂ ਦੋਵੇਂ ਭਾਗਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਬਣਾਈ ਹੈ। ਬਰਣੀ ਦਵਾਦਸ ਰਾਸ਼ਗਾਰੀ। ਉਸ ਤੋਂ ਬਾਅਦ ਕਹਿੰਦੇ ਦਵਾ 10 2 ਤੇ 10 ਭਾਵ 12 ਜਿਹੜੀਆਂ ਰਾਸਾਂ ਉਹ ਮੈਂ ਬਣਾਈਆਂ। ਜਿਵੇਂ ਸੂਰਜ ਦੇ 12 ਰਸਤੇ 12 ਰਾਸਾਂ ਹਨ, 12 ਰਾਸ਼ੀਆਂ, ਇਸੇ ਤਰ੍ਹਾਂ ਕਹਿੰਦੇ ਮੈਂ 12 ਭਾਗ ਅੱਗੇ ਇਸ ਗ੍ਰੰਥ ਦੇ ਹੋਰ ਲਿਖੇ ਹਨ। ਨਵਵਾਂ ਗੁਰੂ ਲਗ ਕਥਾ ਸੁਧਾਰੀ। ਉਹਨਾਂ ਵਿੱਚ ਮੈਂ ਦੂਜੇ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਇੱਥੋਂ ਤੱਕ ਕਥਾ ਵਿੱਚ ਲਿਖਿਆ ਹੈ 12 ਰਾਸਾਂ ਵਿੱਚ। ਜੁਗਤ ਬਨੇ ਜੁਗ ਐਨ। ਉਸ ਤੋਂ ਬਾਅਦ ਕਹਿੰਦੇ ਖਟ ਰੁੱਤਾਂ 6 ਰੁੱਤਾਂ, ਖਟ ਨਾਮ 6 ਦਾ 6 ਰੁੱਤਾਂ 6 ਭਾਗ ਹੋਰ ਲਿਖੇ ਹੈ। ਤੇ ਬਨੇ ਯੁਗ ਐਨ, ਯੁਗ ਨਾਮ 2 ਦਾ ਤੇ 2 ਐਨ। ਜਿਵੇਂ ਸੂਰਜ ਦੇ 2 ਐਨ ਹੁੰਦੇ ਆ ਨਾ ਸਾਲ ਦੇ ਵਿੱਚ, ਇੱਕ ਉੱਤਰਾਇਣ ਇੱਕ ਦਖਣਾਇਣ। ਜਦੋਂ ਪਹਾੜ ਵਾਲੇ ਪਾਸਿਓਂ ਹੋ ਕੇ ਚੜ੍ਹਦਾ ਉਹਨੂੰ ਉੱਤਰਾਇਣ ਕਹਿੰਦੇ ਆ। ਜਦੋਂ ਦੱਖਣ ਦਿਸ਼ਾ ਵੱਲੋਂ ਥੋੜ੍ਹਾ ਜਿਹਾ ਹੋ ਕੇ ਸੂਰਜ ਚੜ੍ਹਨ ਲੱਗ ਪਵੇ ਤਾਂ ਉਹਨੂੰ ਦਖਣਾਇਣ ਕਿਹਾ ਜਾਂਦਾ। ਇਸੇ ਤਰ੍ਹਾਂ ਪ੍ਰਕਿਰਤੀ ਦੇ ਵਿੱਚੋਂ ਇਹ ਨਾਮ ਕਵੀ ਜੀ ਨੇ ਆਪਣੇ ਗ੍ਰੰਥ ਦੇ ਭਾਗਾਂ ਦੇ ਰੱਖੇ ਹੈ। ਕਹਿੰਦੇ 6 ਰੁੱਤਾਂ, ਸਾਲ ਦੇ ਵਿੱਚ 6 ਰੁੱਤਾਂ ਆਉਂਦੀਆਂ, 2-2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਇਸੇ ਤਰ੍ਹਾਂ 6 ਭਾਗ ਕਹਿੰਦੇ ਮੈਂ 6 ਰੁੱਤਾਂ ਦੇ ਨਾਮ ਦੇ ਉੱਤੇ ਲਿਖੇ ਹੈ ਸਤਿਗੁਰੂ ਦੀ ਮਹਿਮਾ ਦੇ ਵਿੱਚ। ਬਨੇ ਯੁਗ ਐਨ ਤੇ ਉਸ ਤੋਂ ਬਾਅਦ ਕਹਿੰਦੇ 2 ਐਨ ਲਿਖੇ ਹਨ। ਸ੍ਰੀ ਗੋਬਿੰਦ ਸਿੰਘ ਕਥਾ ਐ ਕਾਥਾ ਐਨ। ਇਹਨਾਂ 6 ਰੁੱਤਾਂ ਤੇ ਦੋਵੇਂ ਐਨਾਂ ਵਿੱਚ 8 ਗ੍ਰੰਥਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਨ ਠੀਕ ਕਰਕੇ ਵਧੀਆ ਤਰੀਕੇ ਦੇ ਨਾਲ ਗਾਥਾ ਉਹਨਾਂ ਦੀ ਜੀਵਨੀ ਲਿਖੀ ਹੈ। ਇਸ ਪ੍ਰਕਾਰ ਕਹਿੰਦੇ ਜਿੰਨੇ ਸਾਰੇ ਪ੍ਰਕਰਣ ਹੈ, ਸਾਰੇ ਭਾਗ ਹੈ, ਇਹਨਾਂ ਨੂੰ ਕਹਿੰਦੇ ਇਹਨਾਂ ਦਾ ਕੁੱਲ ਜੋੜ ਕਰੀਏ ਤੇ ਇਹ ਕੁੱਲ ਜੋੜ 22 ਹੋ ਜਾਂਦਾ ਹੈ। ਨੌ ਰਸ ਤੇ ਪੂਰਨ ਮਤ ਥਾਈ। ਇਸ ਤਰ੍ਹਾਂ 9 ਰਸਾਂ ਦੇ ਵਿੱਚ ਕਵਿਤਾ ਦੇ 9 ਰਸ ਹੈ। ਵਿਭਤਸ ਰਸ ਹੈ, ਰੌਦਰ ਰਸ ਹੈ, ਵੀਰ ਰਸ ਹੈ, ਹਾਸ ਰਸ ਹੈ, ਕਰੁਣਾ ਰਸ ਹੈ। ਇਸ ਪ੍ਰਕਾਰ ਦੇ 9 ਰਸ ਹੁੰਦੇ ਆ ਕਵਿਤਾ ਵਿੱਚ ਪਿੰਗਲ ਦੇ ਅਨੁਸਾਰ। ਕਵੀ ਜੀ ਕਹਿੰਦੇ ਮੈਂ 9 ਰਸਾਂ ਦੇ ਵਿੱਚ ਆਪਣੀ ਮੱਤ ਦੇ ਨਾਲ ਥਾਂ ਥਾਈਂ ਇਹਨੂੰ ਸੰਪੂਰਨ ਕੀਤਾ ਹੈ। ਸ੍ਰੀ ਗੁਰੂ ਕੀ ਗਾਥਾ ਸਭ ਗੰਗਾ। ਸਤਿਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ, ਗਾਥਾ ਹੈ, ਸਤਿਗੁਰੂ ਜੀ ਦਾ ਇਤਿਹਾਸ ਹੈ, ਇਹ ਗੰਗਾ ਦੇ ਵੱਤ ਸ਼ੁਭ ਹੈ। ਜਿਵੇਂ ਗੰਗਾ ਦੇ ਜਲ ਨੂੰ ਸ਼ੁਭ ਮੰਨਿਆ ਜਾਂਦਾ, ਚੰਗਾ ਮੰਨਿਆ ਜਾਂਦਾ, ਇਸੇ ਤਰ੍ਹਾਂ ਸਤਿਗੁਰੂ ਜੀ ਦੀ ਜਿਹੜੀ ਕਥਾ ਹੈ ਇਹ ਵੀ ਗੰਗਾ ਵਾਂਗੂ ਬੜੀ ਪਵਿੱਤਰ ਹੈ। ਕਵੀ ਜੀ ਨੂੰ ਕੋਈ ਸਵਾਲ ਕਰੇ ਵੀ ਗੰਗਾ ਦੇ ਵਿੱਚ ਤਾਂ ਜਦੋਂ ਹਵਾ ਚੱਲਦੀ ਹੈ ਲਹਿਰਾਂ ਉੱਠਦੀਆਂ, ਤਰੰਗਾਂ ਉੱਠਦੀਆਂ, ਤੁਸੀਂ ਕਹਿੰਦੇ ਹੋ ਮੇਰਾ ਗ੍ਰੰਥ, ਮੇਰੀ ਕਥਾ ਜਿਹੜੀ ਲਿਖੀ ਹੈ, ਗੁਰ ਇਤਿਹਾਸ ਮੈਂ ਲਿਖਿਆ, ਇਹ ਗੰਗਾ ਵਰਗਾ, ਇਹਦੇ ਵਿੱਚ ਤਰੰਗਾਂ ਕਿਹੜੀਆਂ ਉੱਠਦੀਆਂ? ਤਾਂ ਕਵੀ ਜੀ ਲਿਖਦੇ ਆ ਕਿ ਛੰਦ ਉਮੰਗ ਉਤੰਗ ਤਰੰਗਾ, ਜਿਹੜੇ ਵੱਖਰੇ ਵੱਖਰੇ ਮੈਂ ਛੰਦ ਲਿਖੇ ਹੈ ਇਹ ਉੱਚੀਆਂ ਲਹਿਰਾਂ ਰੂਪੀ ਉਮੰਗਾਂ ਹਨ। ਵੱਖਰੇ ਵੱਖਰੇ ਛੰਦ, ਕਿਉਂਕਿ ਬਹੁਤ ਪ੍ਰਕਾਰ ਦੀ ਛੰਦਾਬੰਦੀ ਕਵੀ ਜੀ ਨੇ ਲਿਖੀ ਹੈ। ਕਿਤੇ ਦਵਈਆ, ਕਿਤੇ ਸਵਈਆ, ਕਿਤੇ ਚੌਪਈ, ਕਿਤੇ ਦੋਹਰਾ, ਕਿਤੇ ਸਾਧ ਸੰਗਤ ਜੀ ਤੋਟਕ ਛੰਦ, ਕਿਤੇ ਕੋਈ ਤਰ੍ਹਾਂ ਦਾ ਛੰਦ। ਇਸ ਪ੍ਰਕਾਰ ਕਹਿੰਦੇ ਵੱਖਰੇ ਵੱਖਰੇ ਛੰਦਾਂ ਰੂਪੀ ਲਹਿਰਾਂ ਹਨ ਇਸ ਕਥਾ ਰੂਪੀ ਗੰਗਾ ਦੇ ਵਿੱਚ। ਤੇ ਕਹਿੰਦੇ ਇਹ ਤਾਂ ਹੋ ਗਈਆਂ ਛੋਟੀਆਂ ਛੋਟੀਆਂ ਲਹਿਰਾਂ। ਤੇ ਜਿੱਥੇ ਕਿਤੇ ਕਹਿੰਦੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਕਰਾਮਾਤਾਂ ਦਾ ਵਰਣਨ ਕੀਤਾ ਹੈ। ਸਤਿਗੁਰੂ ਨੇ ਅਚਰਜ ਕੌਤਕ ਦਿਖਾਏ ਆ, ਕਿਉਂਕਿ ਕਰਾਮਾਤ ਹੁੰਦੀ ਉਹ ਹੈ ਜਿਹੜੀ ਸਾਡੀ ਬੁੱਧੀ ਤੋਂ ਪਰੇ ਦੀ ਗੱਲ ਹੋਵੇ, ਉਹਨੂੰ ਅਚਰਜਤਾ ਦੇ ਨਾਲ, ਹੈਰਾਨੀ ਨਾਲ ਆਪਾਂ ਦੇਖਦੇ ਆ ਨਾ ਵੀ ਆਹ ਤਾਂ ਅਚਰਜ ਗੱਲ ਆ ਬਈ, ਵਾਕਈ ਕਰਾਮਾਤ ਹੈ। ਜਿੱਥੇ ਸਾਡੀ ਬੁੱਧੀ ਕੰਮ ਕਰਨਾ ਛੱਡ ਦੇਵੇ, ਉਹ ਕੌਤਕ ਜਿਹੜੇ ਸਤਿਗੁਰੂ ਨੇ ਕੀਤੇ ਆ ਉਹਨਾਂ ਨੂੰ ਆਪਾਂ ਕਰਾਮਾਤ ਕਹਿੰਦੇ ਆ। ਕਹਿੰਦੇ ਜਿੱਥੇ ਜਿੱਥੇ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਆ ਮੱਕੇ ਦੇ ਵਿੱਚ,
ਫਿਰਿਆ ਮੱਕਾ, ਕਲਾ ਦਿਖਾ ਰਹੀ। ਉੱਥੇ ਸਤਿਗੁਰੂ ਨੇ ਕਲਾ ਦਿਖਾਈ ਹੈ ਨਾ, ਕਰਾਮਾਤ ਦਿਖਾਈ ਹੈ। ਜੀਵਨ ਮਾਰੀ ਲੱਤ ਦੇ ਕਿਹੜਾ ਸੁੱਤਾ, ਕੁਫਰ ਕੁਫਾਰੀ। ਕਾਜੀ ਜੀਵਨ ਜਦੋਂ ਸਵੇਰ ਵੇਲੇ ਆਇਆ, ਉਹਨੇ ਦੇਖਿਆ ਵੀ ਆ ਰੱਬ ਦੇ ਘਰ ਵੱਲ ਕੌਣ ਪੈਰ ਕਰਕੇ ਸੁੱਤਾ, ਤੇ ਆਖਿਆ ਵੀ ਜੇ ਤੂੰ ਮੁਸਲਮਾਨ ਹੈ ਤੈਨੂੰ ਮਰਿਆਦਾ ਦਾ ਨਹੀਂ ਪਤਾ, ਤੇ ਜੇ ਤੂੰ ਹਿੰਦੂ ਹੈ ਤਾਂ ਫਿਰ ਇੱਥੇ ਮੱਕੇ ਲੈਣ ਕੀ ਆਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਬਹੁਤ ਦੂਰੋਂ ਆਇਆ, ਰਸਤੇ ਦਾ ਥੱਕਿਆ ਹੋਇਆ ਸੀ, ਪਤਾ ਨਹੀਂ ਲੱਗਿਆ ਮੈਨੂੰ, ਤੇ ਇਉਂ ਕਰ ਆ ਮੇਰੀਆਂ ਲੱਤਾਂ ਫੜ ਕੇ, ਮੇਰੇ ਚਰਨ ਫੜ ਕੇ ਨਾ ਉਧਰ ਨੂੰ ਕਰ ਦੇ ਜਿੱਧਰ ਰੱਬ ਦਾ ਘਰ ਨਹੀਂ ਹੈ। ਉਹ ਜਿੱਧਰ ਨੂੰ ਘੁਮਾਵੇ ਮੱਕਾ ਉਧਰ ਹੀ ਨਜ਼ਰ ਆਵੇ, ਉਧਰ ਨੂੰ ਮੱਕਾ। ਸਤਿਗੁਰੂ ਦੇ ਚਰਨਾਂ ਉੱਤੇ ਨਮਸਕਾਰ। ਸਾਧ ਸੰਗਤ, ਉਸ ਵੇਲੇ ਸਤਿਗੁਰੂ ਨੇ ਇਹ ਜ਼ਾਹਰ ਕਰਾਮਾਤ ਦਿਖਾਈ ਹੈ। ਇਸ ਪ੍ਰਕਾਰ ਕਵੀ ਜੀ ਕਹਿੰਦੇ ਜਿੱਥੇ ਜਿੱਥੇ ਸਤਿਗੁਰੂ ਜੀ ਦੀਆਂ ਕਰਾਮਾਤਾਂ ਦਾ ਮੈਂ ਵਰਣਨ ਕੀਤਾ ਹੈ ਕਥਾ ਵਿੱਚ, ਗ੍ਰੰਥ ਵਿੱਚ, ਇਹੋ ਗੰਭੀਰਤਾ ਧਾਰਤ ਮਾਨ। ਕਹਿੰਦੇ ਇਹ ਬੜੀ ਗੰਭੀਰਤਾ ਧਾਰਨ ਕਰ ਰਹੀ ਹੈ, ਜਿਵੇਂ ਗੰਗਾ ਬਹੁਤ ਗੰਭੀਰ ਹੈ, ਬਹੁਤ ਡੂੰਘੀ ਹੈ ਕਿਤੇ ਕਿਤੇ। ਇਸੇ ਤਰ੍ਹਾਂ ਇਹ ਜਿਹੜੀ ਗੂੜ ਭਾਵ ਵਾਲੀ ਕਥਾ ਜਿਹੜੀ ਹੈ ਉਹ ਗੰਗਾ ਦੀ ਡੂੰਘਾਈ ਸਮ ਹੈ। ਰਾਮ ਕੋਇ ਗਿਰਵਰ ਤੈ ਨਿਕਸੀ। ਫਿਰ ਕਹਿੰਦੇ ਕਵੀ ਜੀ ਗੰਗਾ ਜਿਹੜੀ ਉਹ ਤਾਂ ਪਹਾੜਾਂ ਵਿੱਚੋਂ ਨਿਕਲੀ ਹੈ, ਤੁਹਾਡੀ ਕਥਾ ਜਿਹੜੀ ਹੈ ਇਹਨੂੰ ਗੰਗਾ ਵਰਗੀ ਕਹਿੰਦੇ ਆ, ਇਹ ਕਿੱਥੋਂ ਨਿਕਲੀ ਹੈ। ਕਵੀ ਜੀ ਕਹਿੰਦੇ ਰਾਮ ਕੋਇਰ ਗਿਰਵਰ ਤੇ ਨਿਕਸੀ। ਭਾਈ ਰਾਮ ਕੋਇਰ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਦੇ ਅਵਤੰਸ ਹਨ, ਸੂਰਜ ਹਨ, ਕਹਿੰਦੇ ਉਹ ਬਾਬਾ ਰਾਮ ਕੋਇਰ ਜੀ ਰੂਪੀ ਜਿਹੜੇ ਗਿਰਵਰ ਕਹੀਏ ਪਹਾੜ ਹਨ, ਉਹਨਾਂ ਦੇ ਵਿੱਚੋਂ ਕਹਿੰਦੇ ਇਹ ਕਥਾ ਨਿਕਲੀ ਹੈ। ਕਿਉਂਕਿ ਭਾਈ ਰਾਮ ਕੋਇਰ ਜੀ ਨੇ ਸਾਰੀ ਕਥਾ ਸੁਣਾਈ ਹੈ ਸਿੱਖਾਂ ਨੂੰ, ਸਿੱਖਾਂ ਨੇ ਲਿਖੀ ਹੈ, ਤੇ ਉਸ ਨੂੰ ਆਧਾਰ ਬਣਾ ਕੇ ਅੱਗੇ ਇਹ ਸਾਧ ਸੰਗਤ ਜੀ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਇਹ ਕਾਵ ਰਚਨਾ ਕੀਤੀ ਹੈ। ਸਿੱਖਾਂ ਮਿਲੇ ਜਗਤ ਮੈਂ ਨਿਕਸੀ। ਔਰ ਜਿਵੇਂ ਪਹਾੜਾਂ ਵਿੱਚੋਂ ਨਿਕਲ ਕੇ ਸੰਸਾਰ ਦੇ ਵਿੱਚ ਗੰਗਾ ਆਈ ਹੈ, ਭਾਈ ਰਾਮ ਕੋਇਰ ਰੂਪੀ ਪਹਾੜ ਦੇ ਵਿੱਚੋਂ ਨਿਕਲ ਕੇ ਸਿੱਖਾਂ ਦੇ ਵਿੱਚ ਇਹ ਗੁਰੂ ਕੀ ਗੰਗਾ ਰੂਪੀ ਕਥਾ ਵਿਗਸ ਰਹੀ ਹੈ। ਜੋਗ ਵਿਰਾਗ ਭਗਤ ਹਰ ਗਿਆਨ। ਔਰ ਇਸ ਕਥਾ ਦੇ ਵਿੱਚ ਜੋਗ, ਵੈਰਾਗ, ਭਗਤੀ ਅਤੇ ਗਿਆਨ ਬਸੈ ਚਾਰ ਜਲ ਜੰਤ ਮਹਾਨ। ਕਵੀ ਜੀ ਨੂੰ ਪੁੱਛਦੇ ਆ, ਕਹਿੰਦੇ ਜੀ ਗੰਗਾ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਜਲ ਜੰਤੂ ਵਸਦੇ ਆ, ਵੱਡੇ ਵੱਡੇ ਜਾਨਵਰ ਹੈ, ਤੇ ਤੁਹਾਡੀ ਕਥਾ ਦੇ ਵਿੱਚ ਫਿਰ ਇਹ ਵੱਡੇ ਵੱਡੇ ਜਾਨਵਰ ਕਿਹੜੇ ਆ, ਤੁਸੀਂ ਇਹਨੂੰ ਗੰਗਾ ਕਹਿੰਦੇ ਹੋ। ਕਹਿੰਦੇ ਜੋਗ, ਵੈਰਾਗ, ਭਗਤੀ ਅਤੇ ਗਿਆਨ, ਇਹ ਚਾਰ ਵੱਡੇ ਜਲ ਜੰਤੂ ਇਹ ਮੈਂ ਕਥਾ ਦੇ ਵਿੱਚ ਲਿਖਿਆ, ਇੱਥੇ ਵਰਣਨ ਕੀਤੇ ਹਨ, ਇਸ ਕਥਾ ਵਿੱਚ ਵਸਦੇ ਹਨ। ਜਾਤਾ ਸੰਜਮ ਦਾਨ ਇਸ਼ਨਾਨ। ਕਹਿੰਦੇ ਜੀ ਗੰਗਾ ਵਿੱਚ ਤਾਂ ਫਿਰ ਛੋਟੇ ਛੋਟੇ ਜਾਨਵਰ ਵੀ ਹੁੰਦੇ ਆ, ਛੋਟੀਆਂ ਮੱਛੀਆਂ, ਛੋਟੇ ਕੀੜੇ ਮਕੌੜੇ, ਜਲ ਜੰਤੂ ਬਹੁਤ ਹੁੰਦੇ ਆ, ਤੇ ਤੁਹਾਡੀ ਕਥਾ ਰੂਪੀ ਗੰਗਾ ਦੇ ਵਿੱਚ ਛੋਟੇ ਜਾਨਵਰ ਕਿਹੜੇ ਆ। ਕਹਿੰਦੇ ਜਪ, ਤਪ, ਸੰਜਮ, ਦਾਨ ਅਤੇ ਇਸ਼ਨਾਨ ਆਦਿਕ। ਧੀਰਜ ਦਇਆ ਸ਼ਮਾ ਨਿਰਮਾਨ। ਧੀਰਜ ਧਾਰਨਾ, ਹੌਸਲੇ ਦੇ ਵਿੱਚ ਰਹਿਣਾ, ਦਇਆ ਕਰਨੀ, ਦੂਜਿਆਂ ਦੇ ਉੱਤੇ ਕਰੁਣਾ ਕਰਨੀ, ਕਿਰਪਾ ਕਰਨੀ, ਛਿਮਾ ਕਰ ਦੇਣੀ, ਕਿਸੇ ਦੀ ਗਲਤੀ ਨੂੰ ਬਖਸ਼ ਦੇਣਾ, ਨਿਰਮਾਨਤਾ, ਨਿਮਰਤਾ ਧਾਰਨ ਕਰਨੀ, ਇਤਿਆਦਿਕ ਜਿਹੜੇ ਗੁਣ ਹਨ। ਸਾਧ ਸੰਤੋਖ ਆਦਿ ਗੁਣ ਜੀਤੀ। ਇਸ ਤੋਂ ਆਦ ਲੈ ਕੇ ਸਤ, ਸੰਤੋਖ ਇਤਿਆਦਿਕ ਗੁਣਾਂ ਦਾ ਜਿਹੜਾ ਧਾਰਨ ਕਰਨਾ ਹੈ। ਲਗ ਜਲ ਜੰਤ ਵਾਸ ਕਰ ਚਲਤੀ। ਕਹਿੰਦੇ ਜਿਵੇਂ ਲਘੂ ਜੰਤ, ਛੋਟੇ ਛੋਟੇ ਜੀਵ ਗੰਗਾ ਦੇ ਵਿੱਚ ਵਸਦੇ ਆ, ਉਵੇਂ ਕਥਾ ਰੂਪੀ ਗੰਗਾ ਵਿੱਚ ਇਹ ਸਾਰੇ ਜਿੰਨੇ ਮੈਂ ਗੁਣਾਂ ਦਾ ਕਥਨ ਕੀਤਾ ਇਹ ਛੋਟੇ ਜੰਤੂਆਂ ਦੀ ਤਰ੍ਹਾਂ ਹਨ। ਦਸ ਗੁਰ ਦਸੋਂ ਘਾਟ ਕੋ ਪਾਈ। ਫਿਰ ਕਹਿੰਦੇ ਜੀ ਗੰਗਾ ਦੇ ਉੱਤੇ ਤਾਂ ਵੱਖਰੇ ਵੱਖਰੇ ਘਾਟ ਬਣੇ ਹੁੰਦੇ ਆ, ਪੌੜੀਆਂ ਬਣੀਆਂ ਹੁੰਦੀਆਂ ਜਿੱਥੇ ਲੋਕ ਜਾ ਕੇ ਇਸ਼ਨਾਨ ਕਰਦੇ ਆ, ਤੇ ਤੁਹਾਡੀ ਕਥਾ ਦੇ ਵਿੱਚ ਫਿਰ ਗੰਗਾ ਜਿਹੜੀ ਹੈ ਕਥਾ ਰੂਪੀ ਗੰਗਾ, ਇਹਦੇ ਵਿੱਚ ਘਾਟ ਕਿਹੜੇ ਹੈ, ਕਿੱਥੇ ਲੋਕ ਇਸ਼ਨਾਨ ਕਰਦੇ ਆ। ਕਵੀ ਜੀ ਕਹਿੰਦੇ 10 ਗੁਰ ਦਸੋਂ ਘਾਟ ਕੋ ਪਾਏ। ਕਹਿੰਦੇ 10 ਗੁਰੂ ਸਾਹਿਬਾਨ ਆ ਨਾ ਜਿਹੜੇ ਇਸ ਕਥਾ ਦੇ ਵਿੱਚ ਵਰਣਨ ਕੀਤੇ, ਇਹ ਕਹਿੰਦੇ 10 ਗੁਰੂਆਂ ਦਾ ਵਰਣਨ, ਇਹ 10 ਘਾਟ ਹਨ। ਪਾਵਨ ਭਏ ਲੋਕ ਸਮੁਦਾਈ। ਇਹਨਾਂ ਦੀ ਪ੍ਰਾਪਤੀ ਕਰਕੇ ਜਿਹੜੇ ਬਹੁਤ ਲੋਕ ਪਵਿੱਤਰ ਹੋ ਰਹੇ ਹਨ। ਜਨਮ ਮਰਨ ਤੇ ਆਦ ਕਲੇਸ਼ੂ। ਜਨਮ ਮਰਨ ਤੋਂ ਆਦ ਲੈ ਕਰਕੇ ਜਿੰਨੇ ਵੀ ਦੁੱਖ ਕਲੇਸ਼ ਹਨ। ਅਬ ਬੜ ਪਾਪ ਕਹਿਤ ਤੈ ਦੇਵ ਦੇਸ ਵਿਸ਼ੇਸ਼ੂ। ਇਹਨਾਂ ਵੱਡੇ ਵੱਡੇ ਸਾਰਿਆਂ ਪਾਪਾਂ ਨੂੰ ਇਹ ਜਿਹੜੀ ਗੰਗਾ ਰੂਪੀ ਕਥਾ ਹੈ ਇਹ ਵਿਸ਼ੇਸ਼ ਕਰਕੇ ਨਾਸ਼ ਕਰਦੀ ਹੈ। ਗੁਰ ਸਿਵ ਜੋਗੀ ਮਨ ਰਿਕ ਪਾਰੀ। ਗੁਰੂ ਜੀ ਦੇ ਸਿੱਖ ਜਿਹੜੇ ਸਾਧ ਸੰਗਤ ਜੀ, ਜੋਗੀ, ਮੁਨੀ ਤੇ ਹੋਰ ਰਿਖੀ ਆਦਿਕ ਹਨ। ਗੁਰ ਮਹਿਮਾ ਗੰਗਾ ਤਿਨ ਪਿਆਰੀ। ਇਹਨਾਂ ਸਾਰਿਆਂ ਨੂੰ ਜਿਵੇਂ ਗੰਗਾ ਨੂੰ ਬੜੇ ਰਿਸ਼ੀ ਮੁਨੀ ਪ੍ਰੇਮ ਕਰਦੇ ਆ,
ਇਸੇ ਤਰ੍ਹਾਂ ਜਿਹੜੇ ਗੁਰਸਿੱਖ ਜੋਗੀ ਆ, ਗੁਰੂ ਦੇ ਸੰਤ ਭਗਤ ਹਨ, ਸੰਤ ਭਗਤ ਗੁਰ ਸਿੰਘ ਪਰਉਪਕਾਰੀ ਜਗ ਤਾਰਨ ਆਏ, ਉਹਨਾਂ ਸਾਰਿਆਂ ਨੂੰ ਗੁਰੂ ਦੀ ਮਹਿਮਾ ਗੰਗਾ ਦੀ ਤਰ੍ਹਾਂ ਹੀ ਪਿਆਰੀ ਹੈ। ਪਠਨ ਸੁਨਨ ਸੁਭ ਅਰਥ ਵਿਚਾਰਨ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਪੜ੍ਹਨਾ, ਕਥਾ ਨੂੰ ਪ੍ਰੇਮ ਦੇ ਨਾਲ ਸੁਣਨਾ, ਸਰੋਤੇ ਬਣਨਾ, ਤੇ ਇਸ ਕਥਾ ਨੂੰ ਜਿਹੜੇ ਕਰਦੇ ਆ, ਵਿਚਾਰਦੇ ਆ, ਸ਼ੁਭ ਅਰਥ ਕਰਦੇ ਹਨ ਕਥਾ ਦੇ। ਪਾਨ ਇਸ਼ਨਾਨ ਹਰਖ ਕਰ ਧਾਰਨ। ਤੇ ਇਸੇ ਤਰ੍ਹਾਂ ਜਿਹੜਾ ਇਹਨੂੰ ਖੁਸ਼ੀ ਦੇ ਨਾਲ, ਪ੍ਰਸੰਨਤਾ ਦੇ ਸਹਿਤ ਕਥਾ ਨੂੰ ਸੁਣ ਕੇ ਸ਼ੁਭ ਗੁਣਾਂ ਨੂੰ ਧਾਰਨ ਕਰ ਲੈਣਾ, ਇਹ ਕਹਿੰਦੇ ਪਾਨ ਇਸ਼ਨਾਨ। ਜਿਵੇਂ ਸਾਧ ਸੰਗਤ ਜੀ ਗੰਗਾ ਦੇ ਵਿੱਚ ਲੋਕ ਇਸ਼ਨਾਨ ਕਰਦੇ ਆ, ਤਾਂ ਉੱਥੇ ਸਾਧ ਸੰਗਤ ਜੀ ਪੜ੍ਹਨਾ, ਸੁਣਨਾ, ਅਰਥਾਂ ਦਾ ਸਾਧ ਸੰਗਤ ਜੀ ਸੋਹਣਾ ਵਿਚਾਰ ਕਰਨਾ, ਇਹ ਕੀ ਹੈ? ਇਹ ਗੰਗਾ ਦਾ ਜਲ ਛਕਣ ਦੇ ਬਰਾਬਰ ਹੈ। ਪ੍ਰਸੰਨਤਾ ਯੁਕਤ ਇਸ਼ਨਾਨ ਕਰਨਾ, ਇਹ ਗੰਗਾ ਦੇ ਜਲ ਨੂੰ ਸੀਸ ਵਿੱਚ ਪਾਉਣ ਦੇ ਬਰਾਬਰ ਹੈ, ਧਾਰਨ ਦੇ ਤੁਲ ਹੈ। ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ। ਸਾਰੀ ਸਿੱਖ ਸੰਗਤ ਤੇ ਗੁਰੂ ਜੀ ਦੇ ਪਿਆਰੇ ਪ੍ਰੇਮੀ ਸਿੱਖ, ਲਿਖੈ ਸੁਣੈ ਜਿਸ ਗਾਵਨ ਹਾਰੀ। ਜਿਹੜੇ ਲਿਖਣ ਸੁਣਨ ਵਾਲੇ ਤੇ ਜਸ ਨੂੰ ਗਾਉਣ ਵਾਲੇ ਹਨ। ਗੁਰ ਮਹਿਮਾ ਗੰਗਾ ਕੋ ਪਾਈ। ਉਹ ਗੁਰੂ ਮਹਿਮਾ ਰੂਪੀ ਗੰਗਾ ਨੂੰ ਪਾ ਕਰਕੇ ਮੁਕਤ ਗੁਰ ਰੂਪ ਸਮਾਈ। ਉਹ ਮੁਕਤ ਹੋ ਗਏ ਤੇ ਗੁਰੂ ਦੇ ਰੂਪ ਦੇ ਵਿੱਚ ਹੀ ਸਮਾ ਗਏ ਹਨ। ਅਬ ਮੈਂ ਸਭ ਆਗੇ ਕਰ ਜੋਰ। ਹੁਣ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬਾਰ-ਬਾਰ ਮੈਂ ਬੇਨਤੀਆਂ ਕਰਦਾ ਹਾਂ ਸਾਰਿਆਂ ਨੂੰ। ਐਸੀ ਜਿਹੜੀ ਸਿੱਖੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਔਰ ਐਸੀ ਜਿਹੜੀ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਜੀਵਨ ਜਾਚ ਹੈ, ਸੋ ਉਹ ਐਸੀ ਜਿਹੜੀ ਸਿੱਖੀ ਹੈ ਇਹ ਮੇਰੇ ਮਨ ਵਿੱਚ ਵਸੇ। ਐਸੀ ਸਿੱਖੀ ਨੂੰ ਮੈਂ ਜੀਵਨ ਵਿੱਚ ਕਮਾਵਾਂ। ਤੁਸੀਂ ਮੇਰੇ ਵਾਸਤੇ ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਕਿ ਮੇਰੇ ਜਿਹੜੀ ਚਿੱਤ ਦੀ ਬਿਰਤੀ ਹੈ ਉਹ ਸਤਿਗੁਰਾਂ ਦੇ ਸੱਚ ਸਰੂਪ ਦੇ ਵਿੱਚ ਰਚੀ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਮੈਨੂੰ ਪ੍ਰਾਪਤ ਹੋਣ, ਇਸ ਤਰ੍ਹਾਂ ਦਾ ਮੈਨੂੰ ਵਰ ਦਿਓ, ਅਸੀਸ ਦਿਓ, ਜਿਸ ਕਰਕੇ ਹੁਣ ਮੈਂ ਸਤਿਗੁਰੂ ਦੀ ਕਥਾ ਤਾਂ ਸੰਪੂਰਨ ਕਰ ਚੁੱਕਿਆ। ਸਤਿਗੁਰੂ ਮੇਰੇ ਤੇ ਇਹ ਕਿਰਪਾ ਕਰ ਦੇਣ, ਤੁਹਾਡੀਆਂ ਅਰਦਾਸਾਂ ਸਦਕਾ ਮੈਨੂੰ ਬ੍ਰਹਮ ਗਿਆਨ ਦੀ ਦਾਤ ਮਿਲ ਜਾਵੇ ਤੇ ਜਨਮ ਮਰਨ ਦਾ ਜਿਹੜਾ ਵੱਡਾ ਦੁੱਖ ਹੈ ਉਹ ਮੇਰਾ ਕੱਟਿਆ ਜਾਵੇ ਤੇ ਮੁਕਤ ਹੋ ਜਾਵਾਂ। ਮੈਂ ਗੁਰੂ ਚਰਨਾਂ ਦੇ ਵਿੱਚ ਹੀ ਰਚ ਜਾਵਾਂ, ਮੁੜ ਕੇ ਸੰਸਾਰ ਦੇ ਉੱਤੇ ਮੇਰਾ ਆਉਣਾ ਜਾਣਾ ਨਾ ਰਹੇ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੱਖਾਂ ਦਾ ਹੀ ਨਿਸਤਾਰਾ ਕਰ ਦਿੱਤਾ, ਪਾਰ ਕਰ ਦਿੱਤੇ ਹਨ, ਤੇ ਦੋਵਾਂ ਲੋਕਾਂ ਦੇ ਸ੍ਰੇਸ਼ਟ ਸੁੱਖ ਸਤਿਗੁਰੂ ਨੇ ਦਿੱਤੇ ਹਨ। ਔਰ ਧਰਤੀ ਉੱਤੇ, ਪ੍ਰਿਥਵੀ ਦੇ ਉੱਤੇ ਵੱਡੀ ਤੋਂ ਵੱਡੀ ਜਿਨ੍ਹਾਂ ਦੀ ਮਹਿਮਾ ਹੈ, ਮਹਾ ਮਹਾਨ ਹੈ। ਔਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਿਹੜੀ ਸੰਸਾਰ ਤੋਂ ਛੁਪੀ ਹੋਈ ਨਹੀਂ, ਸਾਰਾ ਸੰਸਾਰ ਜਾਣਦਾ ਹੈ। ਮੈਂ ਆਪਣੇ ਸੱਚ ਰੂਪ ਨੂੰ ਪਛਾਣ ਲਵਾਂ, ਐਸਾ ਉਪਦੇਸ਼ ਸਤਿਗੁਰੂ ਜੀ ਸਾਨੂੰ ਦਿੰਦੇ ਹਨ। ਕੂੜ ਝੂਠ ਹੰਗਤਾ ਮਮਤਾ ਜਿਹੜੀ ਤਤਕਾਲ ਹੀ, ਸ਼ੀਘਰ ਹੀ, ਉਸੇ ਪਲ ਸਤਿਗੁਰੂ ਨਾਸ਼ ਕਰਦੇ ਹਨ। ਔਰ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਦੱਸਦੇ ਹਨ, ਤੇ ਅਚੇਤਨ ਜਿਹੜੀ ਜੜ ਹੈ ਮਾਇਆ, ਇਹਦਾ ਤਿਆਗ ਕਰਾਉਂਦੇ ਹਨ। ਤੇ ਸੂਖਮ ਜਿਹੜੀ ਸਮਤ ਸ਼ੁਭ ਮਤ ਸਤਿਗੁਰੂ ਬਖਸ਼ ਦਿੰਦੇ ਆ, ਤੇ ਅਲਖ ਕੋ ਲਿਖਾਵਈ, ਜਿਹੜਾ ਨਾ ਲਿਖਿਆ ਜਾਣ ਵਾਲਾ, ਨਾ ਜਾਣਿਆ ਜਾਣ ਵਾਲਾ ਵਾਹਿਗੁਰੂ ਹੈ, ਉਹਦੇ ਬਾਰੇ ਜਣਾ ਦਿੰਦੇ ਹਨ, ਸੋਝੀ ਬਖਸ਼ਦੇ ਹਨ। ਇਸੇ ਤਰ੍ਹਾਂ ਵੱਡੇ ਆਨੰਦ ਦੇ ਸਾਗਰ ਦੇ ਵਿੱਚ ਸਮਾ ਕੇ ਸਿੱਖ ਨੂੰ ਪਾਰ ਕਰਕੇ, ਸਿੱਖ ਨੂੰ ਬੰਧਨਾਂ ਤੋਂ ਛੁਡਾ ਕੇ, ਕਰੜੇ ਬੰਧਨ ਛੁਡਾ ਦਿੰਦੇ ਹਨ, ਉਧਾਰ ਕਰਦੇ ਹਨ ਸਿੱਖ ਦਾ। ਏਕ ਅਸਤ ਭਾਂਤ ਸਰਬਤਾ ਸੰਤੋਖ ਸਿੰਘ। ਇੱਕ ਜਿਹੜੀ ਸਭ ਤਰ੍ਹਾਂ ਦੇ ਨਾਲ ਅਸਤੀ ਭ੍ਰਾਂਤੀ ਪ੍ਰਿਆ ਰੂਪ ਹੈ, ਸੋ ਉਸ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ। ਨਮੋ ਨਮੋ ਗੁਰ ਠੀਕ ਠਹਿਰਾ ਬਈ। ਠਹਿਰਾ ਬਈ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਬਾਰ-ਬਾਰ ਮੈਂ ਨਮਸਕਾਰ ਕਰਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਨੀਤ ਨਾ ਸੁਜਾਤੀ ਨਾ ਵਜਾਤੀ ਨਾ ਸੁਗਤ ਜਾਣੈ। ਕਹਿੰਦੇ ਜਿਹਦੇ ਵਿੱਚ ਜਿਸ ਵਾਹਿਗੁਰੂ ਦੇ ਵਿੱਚ ਭੇਤ ਨਹੀਂ ਹੈ ਸਜਾਤੀ ਵਿਜਾਤੀ ਜਾਂ ਸੁਗਤ। ਸਜਾਤੀ ਕਹਿੰਦੇ ਆ ਉਸੇ ਜਾਤੀ ਦਾ ਹੋਰ ਹੋਣਾ, ਜਿਵੇਂ ਆਪਾਂ ਮਨੁੱਖਾਂ ਆਪਣੇ ਵਰਗੇ ਹੋਰ ਬਹੁਤ ਮਨੁੱਖ ਹੈ, ਆਪਾਂ ਕਹਿੰਦੇ ਵੀ ਉੱਥੇ ਬੰਦਾ ਬੈਠਾ ਇਹਦੇ ਵਰਗੇ ਹੋਰ ਵੀ ਬੰਦੇ ਆ, ਉਹ ਸਜਾਤੀ ਹੈ ਇੱਕੋ ਜਾਤੀ ਦੇ ਹੋਣਾ। ਤੇ ਇਸੇ ਤਰ੍ਹਾਂ ਵਿਜਾਤੀ ਹੁੰਦੀ ਆ ਵਿਸ਼ੇਸ਼ ਜਾਤੀ, ਜਿਵੇਂ ਇੱਕ ਪਹਾੜ ਹੈ ਇੱਕ ਦਰਖਤ ਹੈ, ਉਹਦੇ ਨਾਲ ਉਲਟ ਗੁਣਾ ਹੈਗਾ ਨਾ, ਉਹ ਵਿਸ਼ੇਸ਼ ਜਾਤੀ ਹੋ ਗਈ, ਉਹਦੇ ਨਾਲ ਵੱਖਰਾਪਣ ਹੋ ਗਿਆ। ਇਸੇ ਤਰ੍ਹਾਂ ਸੁਗਤ ਸਾਧ ਸੰਗਤ ਜੀ ਉਸੇ ਤਰ੍ਹਾਂ ਦੀ ਜਿਹੜੀ ਗਤੀ, ਉਸੇ ਤਰ੍ਹਾਂ ਦਾ ਜਿਹੜਾ ਸਰੂਪ ਹੋਣਾ, ਇਹ ਸਾਰਿਆਂ ਦੇ ਵਿੱਚ ਜਿਹੜੀ ਕਲਪਨਾ ਕੀਤੀ ਜਾਂਦੀ ਹੈ। ਜਾ ਮੈਂ ਕਲਪਤ ਦਵੈਤ ਕੋ ਸਮੂਲ ਬਿਨ ਸਾਵਈ। ਸੋ ਇਸ ਪ੍ਰਕਾਰ ਜਿਹੜੀ ਕਲਪਨਾ ਕਰਕੇ ਜਿਹੜੀ ਦਵੈਤ ਹੈ ਸੋ ਉਹਨੂੰ ਮੂਲ ਦੇ ਸਹਿਤ ਅਗਿਆਨ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਨਾਸ਼ ਕਰਦੇ ਹਨ। ਰਜੂ ਮੈਂ ਸਰਬ ਕੋ ਅਤਿਅੰਤਾ ਭਾਵ ਤੈਸੇ ਰੱਖ। ਜਿਵੇਂ ਰੱਜੂ ਤੇ ਸੱਪ ਦੇ ਵਿੱਚ ਅਤਿਅੰਤਾ ਭਾਵ ਹੈ, ਸੱਪ ਦੇ ਵਿੱਚ ਰੱਸੀ ਦੇ ਵਿੱਚੋਂ ਸੱਪ ਦਾ ਭੁਲੇਖਾ ਪੈਂਦਾ ਹੈ ਪਰ ਹੁੰਦਾ ਉਹ ਭਰਮ ਹੀ ਹੈ। ਇੱਕ ਪਰਮਾਤਮਾ ਅਨੇਕਤਾ ਉਠਾਵਈ। ਇਸ ਤਰ੍ਹਾਂ ਜਿਹੜਾ ਇੱਕ ਪਰਮਾਤਮਾ ਹੈ ਉਹਨੇ ਅਨੇਕਾਂ ਰੂਪ ਬਣਾਏ ਹੋਏ ਹਨ। ਸਤਨਾਮ ਜਪ ਦੀਨ ਤੀਨ ਤਵ ਕੀਨ ਹੀਨ। ਔਰ ਸਤਿਗੁਰੂ ਨੇ ਸਾਨੂੰ ਸਤਨਾਮ ਵਾਹਿਗੁਰੂ ਦਾ ਜਾਪ ਦੇ ਕੇ ਤਿੰਨੇ ਤਰ੍ਹਾਂ ਦੇ ਆਦਿ ਵਿਆਧੀ ਉਪਾਧੀ ਜਿਹੜੇ ਤਾਪ ਹਨ ਇਹਨਾਂ ਨੂੰ ਦੂਰ ਕੀਤਾ ਹੈ। ਇਸ ਕਰਕੇ ਸਰਵਣ ਕਰਨ ਰੂਪੀ, ਸੁਣਨ ਰੂਪੀ, ਮੰਨਣ ਰੂਪੀ ਤੇ ਨਿਧਿਆਸਣ, ਇਹ ਵਿਚਾਰ ਨੂੰ ਧਾਰਨ ਕਰਨ ਰੂਪੀ ਤਿੰਨੇ ਤਰੀਕਿਆਂ ਦੇ ਨਾਲ ਸਤਿਗੁਰੂ ਦੇ ਬਖਸ਼ੇ ਹੋਏ ਮੰਤਰ ਨੂੰ, ਬਾਣੀ ਨੂੰ ਧਿਆਉਣਾ ਚਾਹੀਦਾ ਹੈ। ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਕਹਿੰਦੇ ਉਹ ਕਿਉਂ ਨਹੀਂ ਗਤੀ ਪ੍ਰਾਪਤ ਕਰੇਗਾ, ਕਿਉਂ ਨਹੀਂ ਮੁਕਤੀ ਨੂੰ ਪ੍ਰਾਪਤ ਕਰੇਗਾ। ਜਿਹੜਾ ਵੀ ਭਗਤੀ ਨੂੰ ਕਮਾਉਂਦਾ ਉਹ ਹਰ ਤਰ੍ਹਾਂ ਦੇ ਕਲੇਸ਼ਾਂ ਨੂੰ ਕਵੀ ਜੀ ਕਹਿੰਦੇ ਦੂਰ ਕਰ ਲੈਂਦਾ, ਕਲੇਸ਼ਾਂ ਨੂੰ ਮਿਟਾ ਲੈਂਦਾ ਹੈ। ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ। ਕਹਿੰਦੇ ਤੇਰੇ ਵਰਗਾ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਦਾਤਾ ਨਹੀਂ ਹੈ, ਦਾਤਾਂ ਦੇਣ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ, ਭਿਖਾਰੀ ਨਹੀਂ ਹੈ। ਤੇਰੇ ਵਰਗਾ ਦਿਆਲਤਾ ਦਾ ਘਰ ਕੋਈ ਦਿਆਲੂ ਨਹੀਂ ਹੈ, ਤੇ ਮੇਰੇ ਵਰਗਾ ਕੋਈ ਦੁਖੀ ਨਹੀਂ ਕਿਹਾ ਜਾਂਦਾ। ਤੇਰੇ ਵਰਗਾ ਉਪਕਾਰ ਕਰਨ ਵਾਲਾ ਕੋਈ ਨਹੀਂ, ਤੇ ਮੇਰੇ ਵਰਗਾ ਕੀਤੇ ਹੋਏ ਉਪਕਾਰਾਂ ਨੂੰ ਭੁੱਲਣ ਵਾਲਾ ਅਕਿਰਤ ਘਣ ਵੀ ਕੋਈ ਨਹੀਂ ਹੈ। ਮੇਰੇ ਵਰਗਾ ਕੋਈ ਅਨਾਥ ਨਹੀਂ ਹੈ, ਮੇਰੇ ਔਰ ਤੇਰੇ ਵਰਗਾ ਕੋਈ ਨਾਥ, ਕੋਈ ਮਾਲਕ ਨਹੀਂ ਹੈ। ਹਾਂ, ਮੇਰੇ ਵਰਗਾ ਯਤੀਮ ਨਹੀਂ, ਤੇਰੇ ਵਰਗਾ ਮਾਲਕ ਨਹੀਂ, ਮੇਰੇ ਵਰਗਾ ਕੋਈ ਔਗਣਾਂ ਦਾ ਭਰਿਆ ਨਹੀਂ, ਤੇ ਹੇ ਸਤਿਗੁਰੂ ਜੀ ਤੇਰੇ ਵਰਗਾ ਗੁਣਵਾਨ ਕੋਈ ਨਹੀਂ ਹੈ। ਨਾ ਜਪ ਨਾ ਤਪ ਨਾ ਜਿਹੜਾ ਵਰਤ ਹੈ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਰੋਕ ਕੇ ਰੱਖਣ ਰੂਪੀ ਵਰਤ, ਇਹੋ ਜਿਹਾ ਤਾਂ ਇੱਕ ਵੀ ਗੁਣ ਜਿਹੜਾ ਮੇਰੇ ਵਿੱਚ ਨਹੀਂ ਹੈ। ਇਸ ਕਰਕੇ ਮੈਂ ਕਵੀ ਸੰਤੋਖ ਸਿੰਘ ਆਪ ਜੀ ਦੀ ਸ਼ਰਨ ਆਇਆ ਹਾਂ ਤੇ ਭੱਜ ਕੇ ਆਪ ਜੀ ਦੇ ਚਰਨ ਫੜੇ ਹਨ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜਹਾਜ਼ ਦੇ ਵੱਤ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੋ, ਆਪਣਾ ਹੱਥ ਦੇ ਕੇ ਮੇਰਾ ਬਚਾਅ ਕਰ ਲਵੋ। ਦੋਹਰਾ ਸਤਿਗੁਰ ਮਮ ਮੇਰੀ ਕਦੇ ਸੂਨ ਸੂਨ ਗ੍ਰਹਿ ਆਤਮਾ। ਸੁਨ ਸੁਨ ਗ੍ਰਹਿ ਆਤਮਾ ਸਮਤ ਆਦ ਪਛਾਨ। ਸ਼ੂਨ ਸ਼ੂਨ ਨਾਮ ਹੈਗਾ ਜ਼ੀਰੋ ਦਾ, ਸਿਫਰ ਦਾ। ਸੂਨ ਸੂਨ ਸ਼ੂਨ ਸ਼ੂਨ ਗ੍ਰਹਿ ਆਤਮਾ। ਗ੍ਰਹਿ ਨਾਮ 9 ਦਾ, ਗ੍ਰਹਿਾਂ ਦੀ ਗਿਣਤੀ 9 ਆ ਤੇ ਆਤਮਾ ਇੱਕੋ ਹੁੰਦੀ ਹੈ। ਇੱਥੇ ਕਵੀ ਜੀ ਨੇ ਬੜੀ ਵਿਦਵਤਾ ਪੂਰਵਕ ਸਾਲ ਵਰਣਨ ਕੀਤਾ ਹੈ ਵੀ ਇਹ ਜਿਹੜਾ ਗ੍ਰੰਥ ਹੈ ਸੰਪੂਰਨ ਕਦੋਂ ਹੋਇਆ। ਸ਼ੂਨ ਸ਼ੂਨ 2 ਸਿਫਰਾਂ ਹੋ ਗਈਆਂ, ਗ੍ਰਹਿ ਨਾਇਆ ਹੋ ਗਿਆ ਤੇ ਆਤਮਾ ਏਕਾ ਹੋ ਗਿਆ। ਭਾਵ 1900 ਜਿਹੜਾ ਸੰਮਤ ਹੈ ਇਹਦਾ ਆਦ ਹੈ, ਆਰੰਭ ਹੈ, ਇਹ ਪਛਾਣੋ। ਮਧਮਾਸ ਸ਼ਤਰਨ ਕਰ। ਔਰ ਚੇਤਰ ਦਾ ਜਿਹੜਾ ਮਹੀਨਾ ਹੈ ਇਹਦੀ ਆਰੰਭਤਾ ਹੈ। ਬਾਦ ਮਹਾਨ। ਔਰ
ਚੇਤਰ ਦੇ ਮਹੀਨੇ ਦੇ ਵਿੱਚ ਇਹ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਕਹਿੰਦੇ ਉਸ ਵੇਲੇ ਕੈਂਥਲ ਦੀ ਧਰਤੀ ਤੇ ਜਿੱਥੇ ਬਹਿ ਕੇ ਇਹ ਗ੍ਰੰਥ ਲਿਖਿਆ ਗਿਆ ਉੱਥੇ ਬੜਾ ਉਪਦਰਵ ਹੋਇਆ। ਹਰੀ ਜੋੜ ਕਵਥਲ ਵਿਖੇ ਕੈਂਥਲ ਨਗਰ ਵਿਖੇ ਭਾਰੀ ਲੁੱਟ ਮਚ ਗਈ। ਮਿਲੇ ਚੋਰ ਬਟਪਾਰ ਬਹੁਤ ਸਾਰੇ ਚੋਰ ਬਾਟ ਪਾਰ ਧਾੜਵੀ ਆ ਕੇ ਲੁੱਟਣ ਲਈ ਆ ਮਿਲੇ ਆਪ ਆਪ ਕੋ ਭਜ ਚਲੇ ਔਰ ਆਪਣਾ ਆਪਾ ਬਚਾ ਕੇ ਜਿਹੜੇ ਕੈਂਥਲ ਨਿਵਾਸੀ ਲੋਕ ਸਨ ਭੱਜ ਤੁਰੇ। ਤਨ ਪਰ ਸਭ ਇੱਕ ਵਾਰ ਸਰਬ ਕੁਝ ਆਪਣਾ ਸਾਜੋ ਸਮਾਨ ਘਰ-ਬਾਰ ਛੱਡ ਕੇ ਇੱਕੇ ਵਾਰੀ ਜਾਨ ਬਚਾਉਣ ਵਾਸਤੇ ਭੱਜੇ। ਸਿੰਘ ਫਰੰਗੀ ਕਹਿ ਲੈ ਫਰੰਗੀਆਂ ਨੇ ਹਮਲਾ ਕੀਤਾ ਗੋਰਿਆਂ ਅੰਗਰੇਜ਼ਾਂ ਨੇ ਤੇ ਫਰੰਗੀਆਂ ਨੇ ਜਿਹੜੇ ਬਹੁਤ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਕੈਦ ਕਰੇ ਵਦ ਛੀਨ ਸਾਰਾ ਧਨ ਧਾਮ ਆਦਿਕ ਉਹਨਾਂ ਤੋਂ ਛੀਨ ਕੇ ਲੁੱਟ ਕੇ ਖੋਹ ਕੇ ਉਹਨਾਂ ਨੂੰ ਕੈਦ ਕਰ ਲਿਆ। ਸੰਤਨ ਕੇ ਅਸਥਾਨ ਭੀ ਬਹੁਤ ਸਾਰੇ ਸਾਧੂ ਸੰਤਾਂ ਦੇ ਸਥਾਨ ਧਾਰਮਿਕ ਸਥਾਨ ਜਿਹੜੇ ਸਨ ਲੋਲ ਕੋਟ ਭੈ ਦੀਨ ਇਸ ਤਰ੍ਹਾਂ ਲੁੱਟ ਕੁੱਟ ਕੇ ਸਾਰਿਆਂ ਨੂੰ ਬਹੁਤ ਭਾਰੀ ਲੁੱਟ ਮਚਾ ਕੇ ਬੜਾ ਭੈ ਦਿੱਤਾ। ਸਬਦਾ ਕੇ ਦਿਨ ਮੈਂ ਐਸੀ ਆਪਦਾ ਜਿਹੜੀ ਸੀ ਐਸੇ ਵਿਪਤਾ ਦੇ ਦਿਨਾਂ ਦੇ ਵਿੱਚ ਸਤਿਗੁਰ ਭਏ ਸਹਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਬਹੁਤ ਵਿਪਤਾ ਆਈ ਕੈਂਥਲ ਨਗਰ ਵਿੱਚ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੇਰੇ ਸਹਾਈ ਹੋਏ। ਭੈ ਨ ਬੰਗੋ ਬਾਰ ਪੀ ਮੇਰਾ ਬਾਲ ਵੀ ਵਿੰਗਾ ਨਾ ਹੋਇਆ। ਜੈ ਜੈ ਹੱਥ ਬਚਾਈ ਸਤਿਗੁਰੂ ਨੇ ਆਪਣੇ ਹੱਥ ਦੇ ਕੇ ਮੈਨੂੰ ਬਚਾ ਲਿਆ। ਦਿਸ ਆਪਨ ਪ੍ਰਾਨ ਕਰ ਨਰ ਚਾਰੇ ਦਿਸ਼ਾਵਾਂ ਦੇ ਵਿੱਚ ਕਹਿੰਦੇ ਆਪਣੇ ਬਗਾਨੇ ਜਿੰਨੇ ਵੀ ਲੋਕ ਸਨ ਦੁਸ਼ਮਨ ਪੇ ਤਸਕਾਲ ਹਾਂ ਦੁਸ਼ਮਣਾਂ ਨੇ ਤਾਂ ਕਹਿੰਦੇ ਦੁਸ਼ਮਣ ਬਣਨਾ ਸੀ ਬਗਾਨਿਆਂ ਨੇ ਆਪਣੇ ਵੀ ਦੁਸ਼ਮਣ ਹੋ ਗਏ ਉਸ ਵੇਲੇ। ਰੱਖਿਆ ਸਤਿਗੁਰ ਕਰੀ ਪਰ ਮੇਰੀ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਕੀਤੀ। ਸਭ ਮੈਂ ਬਿਦਤ ਹਵਾਲ ਕਹਿੰਦੇ ਸਾਰਿਆਂ ਦੇ ਵਿੱਚ ਇਹ ਹਾਲ ਪ੍ਰਗਟ ਹੈ। ਸਭ ਨੂੰ ਪਤਾ ਹੈ ਕਿ ਕਵੀ ਸੰਤੋਖ ਸਿੰਘ ਜੀ ਦੀ ਜਿਹੜੀ ਕੋਠੀ ਸੀ ਨਾ ਉਹਦੇ ਵੱਲ ਨਾ ਕੋਈ ਦੁਸ਼ਮਣ ਆਇਆ। ਸਾਮਨ ਮੈਂ ਇਸ ਗ੍ਰੰਥ ਕੀ ਇਸ ਪ੍ਰਕਾਰ ਸਾਉਣ ਦੇ ਮਹੀਨੇ ਦੇ ਵਿੱਚ ਇਸ ਗ੍ਰੰਥ ਦੀ ਭਈ ਸਮਾਪਤ ਆਈ ਇਸ ਗ੍ਰੰਥ ਦੀ ਸਾਉਣ ਦੇ ਮਹੀਨੇ ਵਿੱਚ 1900 ਬਿਕਰਮੀ ਸੰਮਤ ਦੇ ਵਿੱਚ ਕਵੀ ਜੀ ਕਹਿੰਦੇ ਮੈਂ ਸਮਾਪਤੀ ਕੀਤੀ ਹੈ। ਵਿਘਨ ਬਿਨਤ ਤੇ ਬਚ ਰਹੇ ਹਰ ਪ੍ਰਕਾਰ ਦੇ ਵਿਘਨਾਂ ਤੋਂ ਬਚ ਬਚਾ ਕੇ ਕਰਤਾਰ ਸਹਾਈ ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਸਹਾਇਤਾ ਕੀਤੀ ਹੈ। ਦਾਸ ਜਾਣ ਕਰ ਆਪਣਾ ਆਪਣਾ ਦਾਸ ਆਪਣਾ ਸਿੱਖ ਸੇਵਕ ਜਾਣ ਕੇ ਲੋਕ ਨ ਸੁਖ ਦੇਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਦੋਵੇਂ ਲੋਕਾਂ ਦੇ ਸੁੱਖ ਦੇਣ ਦੇ ਲਈ ਰਾਮੇ ਦੇ ਕਰ ਹਾਥ ਗੁਰ ਆਪਣੇ ਹੱਥ ਦੇ ਕੇ ਸਤਿਗੁਰੂ ਨੇ ਰੱਖਿਆ ਕੀਤੀ ਹੈ ਮੇਰੀ। ਭਈ ਕੁਸ਼ਲ ਸਭ ਚੈਨ ਇਸ ਪ੍ਰਕਾਰ ਮੈਨੂੰ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਭ ਤਰ੍ਹਾਂ ਦਾ ਕੁਸ਼ਲ ਤੇ ਆਰਾਮ ਹੋ ਗਿਆ ਹੈ। ਸਭ ਪ੍ਰਕਾਰ ਕਰਕੇ ਆਨੰਦ ਹੋਇਆ। ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਹਨ। ਗੁਰ ਪ੍ਰਤਾਪ ਸੂਰਜ ਗ੍ਰੰਥਾਵਲੀ ਇੱਥੇ ਸਮਾਪਤ ਹੁੰਦੀ ਹੈ। ਇਸ ਗ੍ਰੰਥ ਦੀ ਸਾਰੀ ਕਥਾ ਸਾਰੇ ਭਾਗਾਂ ਦੀ ਸਮਾਪਤੀ ਅੱਜ ਹੋ ਚੁੱਕੀ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰਾਂਗੇ। ਸਮਾਪਤੀ ਦਾ ਪ੍ਰਸੰਗ ਸੀ ਇਸ ਕਰਕੇ ਥੋੜਾ ਜਿਹਾ ਸਮਾਂ ਵਧੇਕ ਲੱਗ ਗਿਆ। ਸੰਗਤ ਤੋਂ ਖਿਮਾ ਚਾਹੁੰਦੇ ਹਾਂ ਪਰ ਸਮਾਪਤੀ ਕਰਨੀ ਜ਼ਰੂਰੀ ਸੀ ਨਹੀਂ ਤਾਂ ਕੱਲ ਦੇ ਦੀਵਾਨ ਦੇ ਵਿੱਚ ਫਿਰ ਬਹੁਤ ਜਲਦੀ ਸਮਾਪਤੀ ਹੋ ਜਾਣੀ ਸੀ। ਔਰ ਅੱਜ ਐਤਵਾਰ ਦਾ ਦਿਨ ਕਰਕੇ ਆਪ ਸਮੂਹ ਸੰਗਤਾਂ ਜੁੜੇ ਹੋ ਇਸ ਕਰਕੇ ਸਾਰੀਆਂ ਸੰਗਤਾਂ ਆਪਾਂ ਰਲ ਮਿਲ ਕੇ ਅਰਦਾਸ ਕਰੀਏ। ਇਸ ਕਰਕੇ ਅੱਜ ਹੀ ਸਮਾਪਤੀ ਕਰਨੀ ਯੋਗ ਸਮਝੀ ਹੈ। ਸੰਪੂਰਨ ਕਥਾ ਦੌਰਾਨ ਜਿੱਥੇ ਕਿਤੇ ਵੀ ਕੋਈ ਭੁੱਲ ਚੁੱਕ ਹੋਈ ਸਤਿਗੁਰੂ ਸਾਹਿਬ ਤਾਂ ਖਿਮਾ ਕਰਨ ਵਾਲੇ ਹੈਗੇ ਹੀ ਹੈ। ਆਪ ਸਮੂਹ ਸੰਗਤਾਂ ਨੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਸਤਿਗੁਰੂ ਜੀ ਬਖਸ਼ ਲੈਣ। ਵਿਦਵਾਨ ਸੱਜਣਾ ਨੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਅੱਗੇ ਵਾਸਤੇ ਜਿੱਥੇ ਕਿਤੇ ਕੋਈ ਗਲਤੀ ਭੁੱਲ ਚੁੱਕ ਰਹੀ ਹੈ ਆਪ ਜੀ ਨੇ ਜ਼ਰੂਰ ਨੋਟ ਕਰਵਾਉਣਾ। ਆਪ ਜੀ ਨੇ ਜ਼ਰੂਰ ਸੇਧ ਦੇਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਅਰਦਾਸ ਕਰਿਓ ਰਹਿੰਦੇ ਸਵਾਸਾਂ ਤੱਕ ਸਤਿਗੁਰੂ ਜੀ ਆਪਣੀ ਮਹਿਮਾ ਕਰਨ ਦੇ ਵਿੱਚ ਆਪਣੀ ਕਥਾ ਕਰਨ ਦੇ ਵਿੱਚ ਆਪਣੀ ਵਡਿਆਈ ਆਪਣੀ ਉਸਤਤ ਦੇ ਵਿੱਚ ਲਾ ਕੇ ਇਹ ਜੀਵਨ ਨੂੰ ਸਫਲਾ ਕਰ ਦੇਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦਾਸ ਜਾਣ ਕਰ ਆਪਨੋ ਜੁਗ ਲੋਕਨ ਸੁਖ ਦੇਨਾ ਰਾਖੇ ਦੇ ਕਰ ਹਾਥ ਗੁਰ ਭਈ ਕੁਸਲ ਸਭ ਚੈਨਾ।